ਬਾਹਰਲਾ ਜੋ ਹਨੇਰਾ ਹੈ ਉਹ ਤੇ ਆਪਾਂ ਲਾਈਟਾਂ ਜਗਾ ਕੇ, ਦੀਵੇ ਜਗਾ ਕੇ, ਮੋਮਬੱਤੀਆਂ ਜਗਾ ਕੇ ਦੂਰ ਕਰ ਲਏ ਹਨ। ਪਰ ਜਿਹੜਾ ਸਾਡੇ ਮਨਾਂ ਦੇ ਵਿੱਚ ਅੰਧੇਰਾ ਹੈ ਉਹਨੂੰ ਦੂਰ ਕਰਨ ਵਾਸਤੇ ਸਾਨੂੰ ਬਹੁਤ ਕੋਸ਼ਿਸ਼ਾਂ ਕਰਨੀਆਂ ਪੈਣੀਆਂ ਹਨ, ਚੰਗੇ ਕੰਮ ਕਰਨੇ ਪੈਂਦੇ ਹਨ। ਗਰੀਬ ਦੀ ਸੇਵਾ ਕਰਨੀ ਸਭ ਤੋਂ ਵੱਡੀ ਚੀਜ਼ ਹੈ। ਉਸ ਕਰਕੇ ਪਰਉਪਕਾਰੀ ਗੁਰੂ ਮਹਾਰਾਜ ਜਿਨ੍ਹਾਂ ਨੇ ਇਹ ਸਾਨੂੰ ਦੱਸਿਆ ਹੈ ਕਿ ਕਿਸੇ ਗਰੀਬ ਦੀ ਸਹਾਇਤਾ ਕਰਨੀ ਹੈ, ਕਿਸੇ ਡਿੱਗੇ ਨੂੰ ਉਠਾਉਣਾ ਹੈ, ਕਿਸੇ ਅਨਪੜ੍ਹ ਬੰਦੇ ਨੂੰ ਪੜ੍ਹਾਈ ਕਰਾਉਣੀ ਹੈ, ਇਸ ਤਰ੍ਹਾਂ ਦੇ ਉਪਦੇਸ਼ ਜੋ ਹਨ ਬਹੁਤ ਹਨ। ਆਪਾਂ ਹੁਣ ਦੀਵਾਲੀ ਨੂੰ ਆਪਾਂ ਡੈਕੋਰੇਸ਼ਨ ਕਰਦੇ ਹਾਂ, ਬੱਤੀਆਂ ਜਗਾਉਂਦੇ ਹਾਂ, ਅਤੇ ਲੇਕਿਨ ਗੋਰੇ ਵੀ ਕ੍ਰਿਸਮਸ ਦੇ ਟਾਈਮ ਦੇ ਉੱਤੇ ਜੀਸਸ ਕ੍ਰਾਈਸਟ ਦਾ ਜਨਮ ਦਿਨ ਆ, ਜਦੋਂ ਆਪਾਂ ਕ੍ਰਿਸਮਸ ਮਨਾਉਂਦੇ ਹਾਂ ਜੀ, ਦੀਵੇ ਉਹ ਵੀ ਲਾਈਟਾਂ ਜਗਾਉਂਦੇ ਨੇ। ਉਹ ਦੀਵੇ ਨਹੀਂ ਜਗਾਉਂਦੇ ਹੈ, ਉਹ ਵੀ ਲਾਈਟਾਂ ਦੇ ਨਾਲ ਹੀ ਰੋਸ਼ਨੀ ਕਰਦੇ ਨੇ। ਹਨੇਰਾ ਜੋ ਹੈ ਨਾ, ਉਹਨੇ ਪ੍ਰਮਾਤਮਾ ਦੇ ਕੋਲ ਸ਼ਿਕਾਇਤ ਕੀਤੀ, ਕਹਿੰਦਾ ਜੀ ਮੈਨੂੰ ਜਿਹੜਾ ਇਹ ਸੂਰਜ ਹੈ ਨਾ ਇਹ ਟਿਕਣ ਨਹੀਂ ਦਿੰਦਾ, ਚੁਭਦਾ ਮੈਨੂੰ ਕਦੇ ਜਾਣੀ ਵੀ ਮੈਨੂੰ ਰਹਿਣ ਨਹੀਂ ਦਿੰਦਾ। ਤੇ ਉਹਨਾਂ ਨੇ ਸੂਰਜ ਨੂੰ ਬੁਲਾਇਆ ਤੇ ਸੂਰਜ ਨੂੰ ਪੁੱਛਿਆ, ਉਹ ਕਹਿੰਦਾ ਮੈਂ ਤਾਂ ਕਦੇ ਹਨੇਰਾ ਦੇਖਿਆ ਹੀ ਨਹੀਂ ਹੈ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਪ੍ਰੋਗਰਾਮ ਐਡਵੈਂਚਰ ਡਾਈ ਲੈ ਕੇ ਹਾਜ਼ਰ ਹਾਂ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸੁਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ। ਆਪ ਜੀ ਨੂੰ ਅੰਦਾਜ਼ਾ ਲੱਗ ਗਿਆ ਹੋਵੇਗਾ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੀਵਾਲੀ ਦੀ ਗੱਲਬਾਤ ਕਰਾਂਗੇ, ਬੰਦੀ ਛੋੜ ਦਿਵਸ ਦੀ ਗੱਲਬਾਤ ਹੋਵੇਗੀ ਅਤੇ ਨਾਲ ਦੇ ਨਾਲ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਸ ਵਾਰ ਐਡਮਿੰਟਨ ਸ਼ਹਿਰ ਦੇ ਗੁਰੂ ਘਰਾਂ ਦੇ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਮਨਾਉਣ ਲਈ ਕੀ ਖਾਸ ਦਿਸ਼ਾ ਨਿਰਦੇਸ਼ ਨੇ। ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ ਸਰਦਾਰ ਬਲਵੀਰ ਸਿੰਘ ਚਾਨਾ ਜੀ ਪਹੁੰਚ ਚੁੱਕੇ ਨੇ, ਜਿਹੜੇ ਕਿ ਗੁਰਦੁਆਰਾ ਮਿਲਵੁੱਡ ਦੀ ਕਮੇਟੀ ਦੇ ਚੇਅਰਮੈਨ ਨੇ। ਆਓ ਜੀ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਚਾਨਾ ਸਾਹਿਬ ਜੀ ਆਇਆਂ ਨੂੰ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਪ੍ਰੋਗਰਾਮ ਦੀ ਸ਼ੁਰੂਆਤ ਇਸੇ ਗੱਲ ਤੋਂ ਕਰਦੇ ਹਾਂ ਜੀ ਕਿ ਜਿਹੜੀ ਦੀਵਾਲੀ ਹੈ ਜੀ ਤੇ ਬੰਦੀ ਛੋੜ ਦਿਵਸ ਆ, ਇਹਨਾਂ ਦਾ ਇਤਿਹਾਸਿਕ ਪਿਛੋਕੜ ਕੀ ਆ? ਇਹਨਾਂ ਦਾ ਇਤਿਹਾਸ ਜੋ ਹੈ, ਜੋ ਦੀਵਾਲੀ ਹੈ, ਇਹ ਸ੍ਰੀ ਰਾਮ ਚੰਦਰ ਜੀ ਮਹਾਰਾਜ ਜਦੋਂ ਬਨਵਾਸ ਕੱਟ ਕੇ ਅਯੁੱਧਿਆ ਪਹੁੰਚੇ ਸੀ ਜੀ, ਉਸ ਵਕਤ ਬਦੀ ਦਾ ਮੁਕਾਬਲਾ ਕਰਕੇ ਉਹਨਾਂ ਨੇ ਆਏ ਸਨ ਅਤੇ ਪ੍ਰਜਾ ਨੇ ਬੜੀ ਖੁਸ਼ੀ ਮਨਾਈ। ਉਸ ਦਿਨ ਮੱਸਿਆ ਦੀ ਰਾਤ ਸੀ ਅਤੇ ਹਨੇਰ ਸੀ। ਪ੍ਰਜਾ ਨੇ ਬਹੁਤ ਸਾਰੇ ਦੀਪਮਾਲਾ ਕਰਕੇ ਉਸ ਵਕਤ ਘੇ ਦੇ ਦੀਵੇ ਜਗਾਏ ਅਤੇ ਖੁਸ਼ੀ ਦਾ ਇਜ਼ਹਾਰ ਪ੍ਰਗਟ ਕੀਤਾ। ਉਹਦਾ ਇਤਿਹਾਸ ਜੋ ਹੈ ਬਹੁਤ ਲੰਬਾ ਹੈ, ਲੇਕਿਨ ਇੰਨਾ ਕਿ ਦੱਸਣਾ ਜ਼ਰੂਰੀ ਹੈ ਕਿ ਜਦੋਂ ਕਿ ਸਨਾਤਨ ਧਰਮ ਦੇ ਵਿੱਚ ਇਹ ਦੀਵਾਲੀ ਦਾ ਤਿਉਹਾਰ ਮਨਾਇਆ ਜਾਣ ਲੱਗਾ, ਉਦੋਂ ਸ੍ਰੀ ਰਾਮ ਚੰਦਰ ਜੀ ਰਾਵਣ ਦਾ ਮੁਕਾਬਲਾ ਕਰਕੇ ਅਯੁੱਧਿਆ ਪਹੁੰਚੇ ਸਨ। ਸੀਤਾ ਮਾਈਆ ਨੂੰ ਲੈ ਕੇ ਵਾਪਸ ਆਏ ਸੀ। ਹਾਂ ਜੀ, ਸੀਤਾ ਮਾਤਾ ਅਤੇ ਨਾਲ ਆਪਣੇ ਭਰਾਤਾ ਲਕਸ਼ਮਣ ਜੀ ਨੂੰ ਲੈ ਕੇ ਅਯੁੱਧਿਆ ਨਗਰੀ ਵਿੱਚ ਆਏ ਸੀ। ਅਤੇ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਕਕਈ ਦੇ ਕਹੇ ਦੇ ਉੱਤੇ ਉਹਨਾਂ ਨੂੰ ਬਨਵਾਸ ਵਾਸਤੇ ਭੇਜ ਦਿੱਤਾ ਸੀ, ਉਹਦਾ ਕਾਰਨ ਸੀ ਕਿ ਰਾਜਗੱਦੀ ਜੋ ਹੈ ਉਹਨਾਂ ਦੇ ਪੁੱਤਰ ਭਰਤ ਨੂੰ ਮਿਲੇ ਜੀ, ਲੇਕਿਨ ਭਰਤ ਨੇ ਐਕਸੈਪਟ ਨਹੀਂ ਸੀ ਕੀਤਾ। ਰਾਮ ਚੰਦਰ ਜੀ ਜਿੰਨਾ ਚਿਰ ਬਨਵਾਸ ਤੋਂ ਨਹੀਂ ਵਾਪਸ ਆਏ, ਉਹਨੇ ਉਹਨਾਂ ਦੀਆਂ ਖੜਾਵਾਂ ਰੱਖ ਕੇ ਉਹਦੇ ਉੱਤੇ ਉਹਨਾਂ ਦਾ ਖੁਸ਼ੀ ਲੈਣੀ ਚਾਹੀ। ਜਦੋਂ ਵਾਪਸ ਆਏ ਤਾਂ ਉਹਨਾਂ ਨੂੰ ਉਸ ਸਿੰਘਾਸਣ 'ਤੇ ਬਿਠਾਇਆ ਗਿਆ। ਦਸ਼ਰਥ ਜੀ ਦਾ ਪਿਆਰ ਇੰਨਾ ਸੀ ਪੁੱਤਰਾਂ ਦੇ ਨਾਲ, ਜਦੋਂ ਉਹ ਬਨਵਾਸ 'ਤੇ ਜਾ ਰਹੇ ਸੀ, ਜਦੋਂ ਦਿਸਣੋਂ ਹਟ ਗਿਆ ਅਤੇ ਉਹ ਮਹਿਲਾਂ ਤੋਂ ਡਿੱਗ ਕੇ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਜੀ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਲੰਬਾ ਇਤਿਹਾਸ ਹੈ ਅਤੇ ਉੱਧਰ ਜਾਈਏ ਤਾਂ ਕਾਫੀ ਸਮਾਂ ਲੱਗੇਗਾ। ਅਤੇ ਖੁਸ਼ੀ ਦਾ ਇਤਿਹਾਸ ਹੈ। ਕਹਿੰਦੇ ਨੇ ਜਦੋਂ ਖੁਸ਼ੀ ਹੁੰਦੀ ਹੈ ਮਨ ਦੇ ਵਿੱਚ, ਉਦੋਂ ਮਨ ਦੇ ਦੀਵੇ ਜਗਦੇ ਹਨ। ਇੱਕ ਤਾਂ ਬਾਹਰਲੇ ਦੀਵੇ ਜਗਦੇ ਹਨ, ਬਾਹਰਲਾ ਜੋ ਹਨੇਰਾ ਹੈ ਉਹ ਤੇ ਆਪਾਂ ਲਾਈਟਾਂ ਜਗਾ ਕੇ, ਦੀਵੇ ਜਗਾ ਕੇ, ਮੋਮਬੱਤੀਆਂ ਜਗਾ ਕੇ ਦੂਰ ਕਰ ਲਏ ਹਨ। ਪਰ ਜਿਹੜਾ ਸਾਡੇ ਮਨਾਂ ਦੇ ਵਿੱਚ ਅੰਧੇਰਾ ਹੈ ਉਹਨੂੰ ਦੂਰ ਕਰਨ ਵਾਸਤੇ ਸਾਨੂੰ ਬਹੁਤ ਕੋਸ਼ਿਸ਼ਾਂ ਕਰਨੀਆਂ ਪੈਣੀਆਂ ਹਨ, ਚੰਗੇ ਕੰਮ ਕਰਨੇ ਪੈਂਦੇ ਹਨ, ਪਰਉਪਕਾਰ ਕਰਨੇ ਪੈਂਦੇ ਹਨ, ਅਤੇ ਉਹਦੇ ਨਾਲ ਸਾਡੇ ਜਿਹੜਾ ਮਨ ਦਾ ਹਨੇਰਾ ਹੈ ਉਹ ਤਾਂ ਦੂਰ ਹੁੰਦਾ ਹੈ। ਗੁਰਬਾਣੀ ਵਿੱਚ ਵੀ ਕਿਹਾ ਹੈ ਕਿ ਦੀਵਾ ਬਲੇ ਅੰਧੇਰਾ ਜਾਏ। ਬਾਹਰਲਾ ਦੀਵਾ ਜਦੋਂ ਜਗਾਉਂਦੇ ਹਾਂ ਤਾਂ ਹਨੇਰਾ ਚਲੇ ਜਾਂਦਾ ਹੈ, ਅਤੇ ਜਦੋਂ
ਅੰਦਰ ਦਾ ਦੀਵਾ ਜਗਾਉਣਾ ਹੈ ਤੇ ਉਹਦੇ ਵਾਸਤੇ ਤੁਸੀਂ ਗੁਰੂ ਦੀ ਸਿੱਖਿਆ ਲੈਣੀ ਹੁੰਦੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਜੇ ਸੋ ਚੰਦਾ ਹੋਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਮਨ ਦਾ ਦੀਵਾ ਜਗਾਉਣ ਵਾਸਤੇ ਸਾਨੂੰ ਗੁਰੂ ਦਾ ਹੁਕਮ ਮੰਨਣਾ ਪਏਗਾ, ਗੁਰੂ ਤੋਂ ਉਸਦੀ ਆਪਾਂ ਨੂੰ ਸ਼ਕਤੀ ਲੈਣੀ ਪਏਗੀ, ਗੁਰੂ ਨੂੰ ਜਪਣਾ ਪਏਗਾ। ਤੇ ਇਸੇ ਕਰਕੇ ਕਹਿੰਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਜਿਹੜਾ ਅਗਿਆਨ ਹੈ ਸਾਡੇ ਵਿੱਚ, ਉਹਨੂੰ ਦੂਰ ਕਰਨ ਵਾਸਤੇ ਸਾਨੂੰ ਇੱਕ ਇਹੋ ਜਿਹਾ ਗਿਆਨ ਦਾ ਦੀਵਾ ਬਾਲਣਾ ਪਵੇਗਾ, ਉਹ ਸੁਰਮਾ ਪਾਉਣਾ ਪਵੇਗਾ, ਅੱਖਾਂ ਨੂੰ ਨਹੀਂ, ਉਹ ਸਾਡੇ ਮਨ ਦੇ ਵਿੱਚ ਪਾਏਗਾ, ਤੇ ਤਾਂ ਅਸੀਂ ਉਹ ਅੰਧੇਰਾ ਦੂਰ ਕਰ ਸਕਾਂਗੇ। ਸਾਨੂੰ ਬਾਣੀ ਸਾਰਾ ਕੁਝ ਇਹੀ ਫਰਮਾਉਂਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਸਾਨੂੰ ਇਹ ਬਾਣੀ ਦੇ ਵਿੱਚ ਫਰਮਾਇਆ ਹੈ। ਤੇ ਆਪਣੇ ਭਾਈ ਗੁਰਦਾਸ ਜੀ ਨੇ ਵੀ ਸਾਨੂੰ, ਜਦੋਂ ਗੁਰੂ ਮਹਾਰਾਜ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਦਿੱਤੀ ਗਈ ਹੈ, ਉਸ ਸਮੇਂ ਦਾ ਲਿਖਿਆ ਸੀ ਕਿ 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਪਰਉਪਕਾਰ ਕਰਨ ਵਾਸਤੇ ਆਪਾਂ ਜੋ ਹੈ ਇਹਨੂੰ ਬੰਦੀ ਸਿਰ ਦੋਸਤ ਤਾਂ ਕਹਿੰਦੇ ਹਾਂ ਕਿ ਗੁਰੂ ਮਹਾਰਾਜ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਪਰਉਪਕਾਰ ਕੀਤਾ ਸੀ ਜਦੋਂ ਉਹ ਗਵਾਲੀਅਰ ਦੀ ਜੇਲ੍ਹ ਵਿੱਚ ਗਏ ਸੀ। ਇਹਦਾ ਇਤਿਹਾਸ ਜੋ ਹੈ ਆਪਾਂ ਜੋ ਸਾਂਝਾ ਕਰਾਂਗੇ ਕਿ ਗੁਰੂ ਮਹਾਰਾਜ ਜੀ ਨੂੰ ਕਿਉਂ ਸੱਦਿਆ ਗਿਆ। ਗੁਰੂ ਇਸ ਦਾ ਪਿਛੋਕੜ ਇਹ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਇਸ ਚੀਜ਼ ਆਰੰਭ ਹੁੰਦੀ ਹੈ। ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੁਕਮ ਦਿੱਤਾ ਸੀ ਕਿ ਇਹਨਾਂ ਨੂੰ ਜਾਸਾ ਦੀ ਸਜ਼ਾ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ, ਕਿਉਂਕਿ ਇਹਨਾਂ ਨੇ ਖੁਸਰੋ ਦੀ ਮਦਦ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਉਸ ਅੱਲਾਹ ਤਾਲਾ ਦੀ ਉਸਤਤ ਨਹੀਂ ਲਿਖੀ, ਅਣਜਾਣ ਸਨ, ਪਤਾ ਨਹੀਂ ਸੀ ਕਿਸੇ ਗੱਲ ਦਾ, ਤੇ ਉਹਨਾਂ ਨੇ ਮੁਰਤਜ਼ਾ ਖਾਨ ਨੂੰ ਅਤੇ ਚੰਦੂ ਨਾਲ ਨੂੰ ਦੀਵਾਨ ਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਇਹਨਾਂ ਨੂੰ ਜਾਸਾ ਦੀ ਸਜ਼ਾ ਦਿੱਤੀ ਜਾਵੇ। ਜਾਸਾ ਦੀ ਸਜ਼ਾ ਉਹ ਹੁੰਦੀ ਹੈ ਕਿ ਇਹਨਾਂ ਦੀ ਮੌਤ ਵੀ ਹੋ ਜਾਏ ਤੇ ਇਹਨਾਂ ਦੇ ਸਰੀਰ ਦਾ ਇੱਕ ਵੀ ਤੁਪਕਾ ਖੂਨ ਦਾ ਜ਼ਮੀਨ 'ਤੇ ਨਾ ਡੁੱਲੇ। ਉਹਨਾਂ ਨੂੰ ਪਤਾ ਹੈ ਕਿ ਜੇ ਜ਼ਮੀਨ ਦੇ ਖੂਨ ਦਾ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਤਾਂ ਉੱਥੇ ਲੱਖਾਂ ਸ਼ਹੀਦ ਪੈਦਾ ਹੋ ਜਾਂਦੇ ਹਨ। ਆਪਣੀ ਸਿੱਖੀ ਵਿੱਚ ਕਿੰਨੇ ਸ਼ਹੀਦ ਹੋਏ ਹਨ। ਇਹਦੇ ਨਾਲ ਭਾਈ ਮਨੀ ਸਿੰਘ ਹੁਣਾਂ ਦਾ ਵੀ ਸੰਬੰਧ ਹੈ। ਦੀਵਾਲੀ ਦੇ ਮੌਕੇ 'ਤੇ ਹੀ ਇਹੀ ਕਾਰਨ ਬਣਿਆ ਸੀ ਉਹਨਾਂ ਨੂੰ ਸ਼ਹੀਦ ਕਰਨ ਦਾ। ਇਸ ਕਰਕੇ ਜੋ ਸ਼ਹਾਦਤ ਹੈ, ਜੋ ਖੂਨ ਹੈ, ਉਹ ਡੁੱਲਾ ਬਿਰਥਾ ਨਹੀਂ ਜਾਂਦਾ ਸ਼ਹੀਦਾਂ ਦਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਗੁਰੂ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਸੀ ਕਿ ਇਹਨਾਂ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸਤਰਧਾਰੀ ਬਣਾਉਣਾ ਹੈ। ਜਦੋਂ ਉਹਨਾਂ ਦੀ ਸ਼ਹਾਦਤ 30 ਮਈ 1606 ਨੂੰ ਹੋਈ, ਉਸ ਵਕਤ ਜਦੋਂ ਪਤਾ ਲੱਗਾ ਤੇ ਬਾਬਾ ਬੁੱਢਾ ਜੀ ਨੇ ਉਸ ਵਕਤ ਪ੍ਰੋਗਰਾਮ ਬਣਾਇਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੱਦੀ 'ਤੇ ਵਿਰਾਜਮਾਨ ਕੀਤਾ ਜਾਵੇ। ਉਸ ਵਕਤ ਗੁਰੂ ਮਹਾਰਾਜ ਜੀ ਦੀਆਂ 2 ਤਲਵਾਰਾਂ ਪਹਿਨੀਆਂ ਗਈਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਮੀਰੀ ਦੀ ਸਿਆਸਤ ਦੀ ਤੇ ਪੀਰੀ ਦੀ ਜੋ ਹੈ ਧਾਰਮਿਕ। ਤੇ ਉਹ ਇਸ ਜਦੋਂ ਖੇਤ ਨੂੰ ਬਾੜ ਕਰੀਦੀ, ਇਹਦਾ ਮਤਲਬ ਇਹ ਹੁੰਦਾ ਕਿ ਉਹਦੀ ਰੱਖਿਆ ਕਰਨ ਵਾਸਤੇ। ਜੋ ਮੀਰੀ ਦੀ ਤਲਵਾਰ ਹੈ ਉਹ ਰੱਖਿਆ ਕਰਨ ਵਾਸਤੇ ਹੈ। ਜਿੱਥੇ ਗੁਰੂ ਮਹਾਰਾਜ ਜੀ ਨੇ ਮਾਲਾ ਫੜਾਈਆਂ ਸੀ ਨਾਮ ਜਪਣ ਵਾਸਤੇ, ਬਾਣੀ ਦਾ ਕੀਰਤਨ ਕਰਨ ਵਾਸਤੇ, ਬਾਣੀ ਪੜ੍ਹਨ ਸੁਣਨ ਵਾਸਤੇ, ਚੇਤੇ ਕਰਨ ਵਾਸਤੇ, ਉੱਥੇ ਉਹਨਾਂ ਦੇ ਹੱਥ ਸ਼ਾਸਤਰ ਵੀ ਭੇਜ ਦਿੱਤੇ ਕਿ ਜੇ ਤੁਹਾਨੂੰ ਕਿਤੇ ਔਕੜ ਪਵੇ ਤਾਂ ਇਸ ਦਾ ਮੁਕਾਬਲਾ ਵੀ ਤੁਸੀਂ ਕਰਨਾ ਹੈ। ਇਸ ਕਰਕੇ ਯੋਧਿਆਂ ਨੂੰ ਉਹਨਾਂ ਨੇ ਯੋਧੇ ਬਣਾਏ। ਇੱਕ ਐਲਾਨ ਕੀਤਾ ਉਹਨਾਂ ਨੇ, ਗੁਰੂ ਮਹਾਰਾਜ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ। 11 ਸਾਲ ਦੀ ਉਮਰ ਸੀ ਉਹਨਾਂ ਦੀ ਸਾਰੀ ਜਦੋਂ ਉਹ ਗੁਰਗੱਦੀ 'ਤੇ ਬਿਰਾਜਮਾਨ ਹੋਏ। ਉਸ ਤੋਂ 2 ਸਾਲ ਬਾਅਦ ਹੀ ਉਹਨਾਂ ਨੇ ਇੱਕ ਐਲਾਨ ਕੀਤਾ ਵੀ ਮੇਰੇ ਦਰਬਾਰ ਵਿੱਚ ਜਿਨ੍ਹਾਂ ਨੇ ਖੁਸ਼ੀਆਂ ਲੈਣੀਆਂ ਹਨ ਉਹ ਸ਼ਾਸਤਰ ਬਣਾ ਕੇ ਲਿਆਉਣ, ਤੀਰ ਅੰਦਾਜ਼ੀ ਸਿੱਖਣ, ਘੋੜ ਸਵਾਰੀ ਸਿੱਖਣ, ਘੋੜਿਆਂ 'ਤੇ ਚੜ੍ਹਨ। ਮੇਰੇ ਸਿੱਖ ਜਿਹੜੇ ਆ ਘੋੜਿਆਂ 'ਤੇ ਸਵਾਰੀ ਕਰਨਗੇ, ਗੱਤਕਾ ਖੇਲਣਗੇ, ਅਤੇ ਢਾਡੀ ਵਾਰਾਂ ਵੀ ਗਾਈਆਂ ਜਾਣਗੀਆਂ। ਨੱਥਾ ਅਤੇ ਅਬਦੁੱਲਾ ਸਪੈਸ਼ਲ ਸੱਦੇ ਗਏ ਸਨ, ਉਹਨਾਂ ਨੂੰ ਸੱਦ ਕੇ ਉਹ ਢਾਡੀ ਵਾਰਾਂ ਯੋਧਿਆਂ ਦੀਆਂ ਸੁਣੀਆਂ ਜਾਂਦੀਆਂ ਸਨ। ਉਸ ਵਕਤ ਵੀ ਉਹਨਾਂ ਨੇ, ਨੱਥੇ ਅਤੇ ਅਬਦੁੱਲੇ ਨੇ ਇੱਕ ਵਾਰ ਗਾਈ ਸੀ ਜੋ ਕਹਿੰਦੇ ਸੀ ਕਿ ਉਹਨਾਂ 2 ਤਲਵਾਰਾਂ ਪਹਿਨੀਆਂ ਗੁਰੂ ਮਹਾਰਾਜ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਾਨ ਦੇ ਵਿੱਚ 2 ਤਲਵਾਰਾਂ ਪਹਿਨੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਸਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਮਹਾ ਕੋਟਗੜ੍ਹ, ਦਰਵਾਜ਼ਾ ਬਲਖ ਫਕੀਰ ਦੀ, ਨੀਲੀ ਸਿਆਹੀ ਨੀਲਗੜ੍ਹ, ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਗੁਰੂ ਮਹਾਰਾਜ ਦੀ ਦਸਤਾਰ ਦੀ ਸਿਫਤ ਕਰਦਿਆਂ ਉਹਨਾਂ ਨੇ ਕਿਹਾ ਜਹਾਂਗੀਰ ਦੀ ਪੱਗ ਕੀ ਹੈ, ਉਹਦੇ ਮੁਕਾਬਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕਲਗੀਆਂ ਜਿਹੜੀ ਪੱਗ ਦਸਤਾਰ ਬੰਨ੍ਹੀ ਹੈ ਉਹਦੀ ਸ਼ਾਨ ਕੋਈ ਵੱਖਰੀ ਹੈ। ਜਦੋਂ ਅਕਾਲ ਤਖਤ ਦੀ ਸਿਰਜਣਾ ਕੀਤੀ ਗਈ, ਗੁਰੂ
ਇਹ ਪਹਿਲਾ ਤਖਤ ਹੈ ਅਕਾਲ ਤਖਤ ਜਿਹੜਾ ਗੁਰੂ ਮਹਾਰਾਜ ਜੀ ਨੇ ਆਪਣੇ ਹੱਥੀਂ ਤਿਆਰ ਕੀਤਾ। 5 ਤਖਤਾਂ ਦੇ ਵਿੱਚੋਂ ਪਹਿਲਾ ਪੰਜਾਂ ਤਖਤਾਂ ਦੇ ਵਿੱਚੋਂ ਸਭ ਤੋਂ ਪਹਿਲਾ ਤਖਤ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ, ਦੂਜੇ ਤਖਤ ਬਾਅਦ ਵਿੱਚ ਬਣੇ ਨੇ। ਜੀ। ਇਹ ਤਖਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਹੱਥੀਂ ਤਿਆਰ ਕੀਤਾ। ਉਸ ਵਕਤ ਕੋਈ ਬਣਾ ਨਹੀਂ ਸੀ ਸਕਦਾ, ਤਖਤ ਸੇ ਥੜਾ ਬਣਾ ਸਕਦੇ ਸੀ 2 ਫੁੱਟ ਉੱਚਾ, ਪਰ ਗੁਰੂ ਮਹਾਰਾਜ ਜੀ ਨੇ 12 ਫੁੱਟ ਉੱਚਾ ਹਰਿਮੰਦਰ ਸਾਹਿਬ ਦੇ ਸਾਹਮਣੇ ਇਹ ਤਖਤ ਬਣਾਇਆ, ਜਿਸ ਵਿੱਚ ਗੁਰੂ ਮਹਾਰਾਜ ਜੀ ਨੇ ਆਪ ਸੇਵਾ ਕੀਤੀ, ਬਾਬਾ ਬੁੱਢਾ ਜੀ ਨੇ ਸੇਵਾ ਕੀਤੀ, ਭਾਈ ਗੁਰਦਾਸ ਜੀ ਨੇ ਸੇਵਾ ਕੀਤੀ। ਇਹ ਇਹਨਾਂ ਤਿੰਨਾਂ ਸਿੰਘਾਂ ਨੇ ਲੱਗ ਕੇ ਇਹ ਤਖਤ ਬਣਾਇਆ, ਗੁਰੂ ਮਹਾਰਾਜ ਜੀ ਨੇ ਆਪਣੇ ਹੱਥੀਂ ਬਣਵਾਇਆ। ਤੇ ਇਹਦੇ ਉੱਤੋਂ ਬੈਠ ਕੇ ਗੁਰੂ ਮਹਾਰਾਜ ਜੀ ਸਾਰਿਆਂ ਨੂੰ ਉਪਦੇਸ਼ ਦਿੰਦੇ ਸਨ, ਸਾਰਿਆਂ ਦੇ ਫੈਸਲੇ ਹੁੰਦੇ ਸਨ। ਇੱਥੇ ਗੁਰੂ ਮਹਾਰਾਜ ਜੀ ਨੇ ਬਹੁਤ ਕੌਤਕ ਕੀਤੇ ਹਨ। ਤੇ ਉਹ ਚਾਨਾ ਸਾਹਿਬ, ਜਿਹੜੀ ਤੁਸੀਂ ਜ਼ਿਕਰ ਕੀਤਾ ਵੀ ਅਕਾਲ ਤਖਤ ਸਾਹਿਬ ਦੀ ਉੱਥੇ ਸਥਾਪਨਾ ਹੋਈ, ਹਾਂਜੀ, ਮੀਰੀ ਪੀਰੀ ਦੇ ਮਾਲਕ ਬਣ ਗਏ 2 ਤਲਵਾਰਾਂ ਨੂੰ ਧਾਰਨ ਕਰਕੇ। ਜੀ। ਫਿਰ ਕੀ ਕਾਰਨ ਬਣੇ ਕਿ ਜਿਹੜੇ ਉਸ ਸਮੇਂ ਦੇ ਮੁਗਲ ਹਾਕਮ ਸੀ ਜਹਾਂਗੀਰ, ਉਹਨਾਂ ਨੇ ਗੁਰੂ ਸਾਹਿਬ ਨੂੰ ਹਿਰਾਸਤ ਵਿੱਚ ਲੈਣਾ? ਦਰਅਸਲ ਜਿਹੜੇ ਵਿਰੋਧੀ ਹੁੰਦੇ ਹਨ ਉਹ ਹਮੇਸ਼ਾ ਕੋਈ ਨਾ ਕੋਈ ਚੀਜ਼ ਲੱਭਦੇ ਹਨ। ਉਸ ਵਕਤ ਜੋ ਕਾਜੀ ਮੁੱਲਾ ਸੀ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਸੀ, ਤੇ ਇਸ ਦੇ ਨਾਲ ਚੰਦੂ ਲਾਲ ਦੀਵਾਨ ਜੋ ਸੀ, ਉਹ ਵੀ ਇਹਨਾਂ ਨੇ ਜਹਾਂਗੀਰ ਦੇ ਕੋਲ ਜਾ ਕੇ ਸ਼ਿਕਾਇਤਾਂ ਸ਼ੁਰੂ ਕਰ ਦਿੱਤੀਆਂ ਵੀ ਹਰਗੋਬਿੰਦ ਗੁਰੂ ਅਰਜਨ ਦੇਵ ਦਾ ਜਿਹੜਾ ਸਾਹਿਬਜ਼ਾਦਾ ਹੈ ਉਹਨੇ ਫੌਜਾਂ ਬਣਾ ਲਈਆਂ ਹਨ, ਉਹ ਤੀਰ ਅੰਦਾਜ਼ੀ ਕਰਦੇ ਨੇ, ਘੋੜਸਵਾਰੀ ਕਰਦੇ ਨੇ, ਸ਼ਿਕਾਰ ਖੇਡਦੇ ਨੇ, ਨਗਾਰੇ ਵਜਾਉਂਦੇ ਨੇ, ਤਖਤ ਤੇ ਬੈਠਦੇ ਨੇ, ਉਹ ਤਖਤ ਤੇ ਬੈਠਦੇ ਨੇ ਔਰ ਪੂਰਾ ਦਰਬਾਰ ਲਾ ਕੇ ਉਹ ਦੁਨੀਆ ਦੇ ਫੈਸਲੇ ਵੀ ਕਰਦੇ ਨੇ ਆਪਣੀਆਂ ਜੋ ਉਹਨਾਂ ਦੇ ਅੰਦਰੂਨੀ ਕੰਮ ਹੁੰਦੇ ਹਨ। ਤੇ ਇਸ ਕਰਕੇ ਉਹ ਦਿਨ ਦੂਰ ਨਹੀਂ ਜਦ ਉਹ ਦਿੱਲੀ ਦੇ ਤਖਤ ਤੇ ਆ ਕੇ ਵਿਰਾਜਮਾਨ ਹੋਣਗੇ। ਉਹਨਾਂ ਨੂੰ ਇਹੋ ਜਿਹਾ ਭੜਕਾਇਆ ਜਹਾਂਗੀਰ ਨੂੰ, ਇਸ ਕਰਕੇ ਜਹਾਂਗੀਰ ਨੇ ਸੋਚਿਆ ਕਿ ਇਹ ਗੱਲਾਂ ਜੇ ਸੱਚੀਆਂ ਹਨ ਤਾਂ ਮੈਂ ਆਪ ਦੇਖਣਾ ਚਾਹੁੰਦਾ ਹਾਂ। ਤਾਂ ਦਿੱਲੀ ਦੇ ਵਿੱਚ ਉਹਨਾਂ ਨੇ ਫਿਰ ਆਪਣੇ 2 ਐਲੀਏ ਭੇਜੇ, ਇੱਕ ਦਾ ਨਾਮ ਸੀ ਵਜ਼ੀਰ ਖਾਂ ਤੇ ਦੂਸਰੇ ਦਾ ਨਾਮ ਸੀ ਗੋਂਚਾ ਬੇਗ ਜੀ। ਤੇ ਉਹ ਦੋਨੇ ਜਣੇ ਆ ਕੇ ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਤੇ ਜਹਾਂਗੀਰ ਦਾ ਜੋ ਫਰਮਾਨ ਸੀ ਉਹ ਆ ਕੇ ਸੁਣਾਇਆ, ਤੇ ਨਾਲ ਨਾਲ ਇਹ ਵੀ ਹੌਸਲਾ ਦਿੱਤਾ ਕਿ ਗੁਰੂ ਮਹਾਰਾਜ ਜੀ ਕੋਈ ਫਿਕਰ ਦੀ ਗੱਲ ਨਹੀਂ ਹੈ ਤੇ ਅਸੀਂ ਹਰ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਹਾਂ। ਉਹਨਾਂ ਨੇ ਸਿਰਫ ਇਹੀ ਵੇਖਣਾ ਹੈ ਕਿ ਜੋ ਕੁਝ ਹੋ ਰਿਹਾ ਹੈ ਤੁਹਾਡੇ ਮਨ ਦੀ ਗੱਲ ਕੀ ਹੈ, ਇਹਨੂੰ ਸਮਝਣ ਵਾਸਤੇ ਉਹਨਾਂ ਨੇ ਤੁਹਾਨੂੰ ਬੁਲਾਇਆ ਹੈ। ਪਰ ਜਦੋਂ ਇਸ ਗੱਲ ਦਾ ਪਤਾ ਲੱਗਾ ਮਾਤਾ ਗੰਗਾ ਜੀ ਨੂੰ ਤਾਂ ਉਹਨਾਂ ਨੇ ਥੋੜ੍ਹਾ ਜਿਹਾ ਫਿਕਰ ਕੀਤਾ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜਹਾਂਗੀਰ ਦੇ ਕਰਕੇ ਹੋਈ ਸੀ। ਤੇ ਪਰ ਉਹਨਾਂ ਨੇ ਸਾਰਿਆਂ ਨੂੰ ਹੌਸਲਾ ਦਿੱਤਾ। ਗੁਰੂ ਮਹਾਰਾਜ ਜੀ ਨੇ ਵੀ ਕਿਹਾ ਕਿ ਗੁਰੂ ਨਾਨਕ ਜੀ ਭਲਾ ਕਰਨਗੇ, ਕੋਈ ਗੱਲ ਨਹੀਂ, ਅਸੀਂ ਜਾਵਾਂਗੇ ਜ਼ਰੂਰ ਜੀ। ਤੇ ਉਹਨਾਂ ਦੇ ਨਾਲ ਉਹ ਗਏ ਦਿੱਲੀ, ਤੇ ਮਜਨੂੰ ਦੇ ਟਿੱਲੇ ਦੇ ਉੱਤੇ ਆਪਣਾ ਜੋ ਉੱਥੇ ਦਰਿਆ ਹੈ ਉਹਦੇ ਕੰਢੇ ਦੇ ਉੱਤੇ ਮਜਨੂੰ ਦਾ ਟਿੱਲਾ ਹੈ, ਉੱਥੇ ਉਹਨਾਂ ਨੇ ਬਿਰਾਜਮਾਨ ਹੋਏ, ਆਪਣਾ ਡੇਰਾ ਕੀਤਾ। ਤੇ ਵਜ਼ੀਰ ਖਾਂ ਨੇ ਤੇ ਗੋਂਚਾ ਬੇਗ ਨੇ ਜਾ ਕੇ ਜਹਾਂਗੀਰ ਨੂੰ ਦੱਸਿਆ ਕਿ ਗੁਰੂ ਮਹਾਰਾਜ ਜੀ ਆ ਗਏ ਹਨ। ਤੇ ਉਹਨਾਂ ਨੂੰ ਫਿਰ ਦੂਸਰੇ ਦਿਨ ਉਹਨਾਂ ਨੇ ਜਹਾਂਗੀਰ ਦੇ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਦੇ ਜਿੰਨੇ ਮਨ ਦੇ ਸ਼ੰਕੇ ਸਨ ਉਹ ਸਾਰੇ ਦੂਰ ਕੀਤੇ। ਤਾਂ ਜਹਾਂਗੀਰ ਦੇ ਨਾਲ ਉੱਥੇ ਕੁਝ ਸਮਾਂ ਗੁਜ਼ਾਰਿਆ, ਸ਼ਿਕਾਰ ਵੀ ਖੇਡਣ ਗਏ ਉਹਨਾਂ ਦੇ ਨਾਲ, ਸ਼ੇਰ ਦਾ ਸ਼ਿਕਾਰ ਵੀ ਕੀਤਾ। ਤੇ ਜਹਾਂਗੀਰ ਬੜਾ ਖੁਸ਼ ਹੋਇਆ ਕਿ ਬਹੁਤ ਬਹਾਦਰੀ ਦੇ ਕੰਮ ਕਰ ਰਹੇ ਨੇ। ਤੇ ਫਿਰ ਅਚਨਚੇਤ ਚੰਦੂ ਦੀਵਾਨ ਨੇ ਇੱਕ ਨਜ਼ੂਮੀ ਭੇਜ ਕੇ ਕਹਿ ਦਿੱਤਾ ਕਿ ਮਹਾਰਾਜ ਜਾ ਕੇ ਜਹਾਂਗੀਰ ਨੂੰ ਕਹੋ ਕਿ ਤੇਰੇ ਤੇ 60 ਸਤੀ ਆਉਣ ਵਾਲੀ। ਜੁਗਤ ਬਣਾਈ ਉਹਨੇ ਵੀ ਇਹ ਤਾਂ ਇਹਨਾਂ ਦੀ ਦੋਸਤੀ ਵੱਧ ਰਹੀ ਹੈ। ਉਹਨੇ ਇਹੋ ਜਿਹੀ ਜੁਗਤ ਬਣਾਈ ਕਿ ਤੁਹਾਡੇ ਤੇ ਇਹਨਾਂ ਜਣੀ ਵੀ 60 ਸਤੀ ਆਉਣ ਵਾਲੀ ਹੈ, ਉਹਦੇ ਵਾਸਤੇ ਕੋਈ ਨਾ ਕੋਈ ਇੰਤਜ਼ਾਮ ਕਰਨਾ ਚਾਹੀਦਾ, ਕੋਈ ਨਾ ਕੋਈ ਤਪ ਕਰਨਾ ਚਾਹੀਦਾ, ਪਾਠ ਕਰਨਾ ਚਾਹੀਦਾ ਜੀ। ਇਸ ਕਰਕੇ ਇੱਕ ਨਜ਼ੂਮੀ ਸੀ, ਕਿਉਂਕਿ ਬਾਦਸ਼ਾਹ ਜਹਾਂਗੀਰ ਜੀ ਸੀ ਇੱਕ ਹਿੰਦੂ ਮਾਂ ਦੇ ਪੇਟੋਂ ਸੀ, ਜੋ ਕਿ ਅਕਬਰ ਦਾ ਵਿਆਹ ਹੋਇਆ ਸੀ ਜੋਧਾ ਬਾਈ ਦੇ ਨਾਲ, ਤੇ ਜੋਧਾ ਬਾਈ ਦਾ ਪੁੱਤਰ ਸੀ ਜਹਾਂਗੀਰ। ਤੇ ਜੋਤਿਸ਼ ਵਿੱਚ ਬੜਾ ਇਹ ਆਪਣਾ ਵਿਸ਼ਵਾਸ ਰੱਖਦਾ ਸੀ। ਤੇ ਉਹ ਨਜ਼ੂਮੀ ਜਿਹੜਾ ਸੀ ਉਹਨੇ ਆ ਕੇ ਇਹ ਸੁਨੇਹਾ ਦਿੱਤਾ ਤੇ ਉਹਨੂੰ ਫਿਕਰ ਪੈ ਗਿਆ। ਕੁਝ ਜਦੋਂ ਕਹਿੰਦੇ ਫਿਕਰ ਪੈਂਦਾ ਤਾਂ ਸੁਪਨੇ ਉਹੋ ਜਿਹੇ ਆਉਣ ਲੱਗ ਪੈਂਦੇ ਹਨ, ਭੈੜੇ ਸੁਪਨੇ ਆਉਣ ਲੱਗ ਪਏ। ਇਹਨੇ ਕਿਹਾ ਸੱਚੀ। ਉੱਧਰ ਦੂਸਰੇ ਪਾਸੇ ਦੱਖਣ ਦੇ ਵਿੱਚ ਬਗਾਵਤ ਹੋ ਗਈ, ਕੋਈ ਇਹੋ ਜਿਹਾ ਚਾਂਸ ਬਣ ਗਿਆ
ਤੇ ਉਹ ਘਬਰਾਉਣ ਲੱਗਾ ਤੇ ਉਹਨੇ ਫਿਰ ਇਹ ਗੱਲ ਕਹੀ ਵੀ ਹਾਂਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤੁਸੀਂ ਮੇਰੇ ਵਾਸਤੇ ਕੁਝ ਭਗਤੀ ਕਰੋ, ਚੀਲਾ ਕੱਟੋ। ਤੇ ਉਹ ਜਿਹੜਾ ਹੈ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਇਸ ਬਹਾਨੇ ਦੇ ਨਾਲ ਉਹਨੇ ਚੰਦੂ ਲਾਲ ਨੇ ਉਸ ਨਜ਼ੂਮੀ ਦੇ ਕਹਿਣ 'ਤੇ ਜਹਾਂਗੀਰ ਤੋਂ ਉਹਨਾਂ ਨੂੰ ਉੱਥੇ ਭਜਵਾਇਆ ਗਿਆ। ਉਹ ਬੰਦੀ ਖਾਨੇ ਦੇ ਵਿੱਚ ਬੰਦੀ ਬਣਾ ਕੇ ਨਹੀਂ ਗਏ ਨੇ, ਉਹ ਉੱਥੇ ਉਹਦੇ ਵਾਸਤੇ ਆਪਣਾ ਅਰਦਾਸ ਕਰਨ ਵਾਸਤੇ, ਜਿਵੇਂ ਉਹਨਾਂ ਦਾ ਤਪੱਸਿਆ ਕਰਨ ਲਈ, ਭਗਤੀ ਕਰਨ ਲਈ, ਹਾਂਜੀ ਭਗਤੀ ਕਰਨ ਵਾਸਤੇ ਗਏ ਸੀ। ਤੇ ਉਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ 52 ਰਾਜੇ ਸਨ। ਉਹ ਰਾਜੇ ਬੜੀ ਦੇਰ ਜਦੋਂ ਬਗਾਵਤ ਹੋਈ ਤੇ ਉਸ ਵਕਤ ਜਦੋਂ ਖੁਸਰੋ ਨੇ ਬਗਾਵਤ ਕੀਤੀ, ਉਹਨਾਂ ਨੇ ਵੀ ਉਹਦਾ ਹਾਂ ਦਾ ਮਾਰਿਆ। ਉਦੋਂ ਵੀ ਸਭ ਕੁਛ ਬੰਦੇ ਰਾਜੇ ਫੜੇ ਗਏ ਤੇ ਕੁਛ ਪਹਾੜੀ ਰਾਜੇ ਸਨ, ਉਹ ਜਿੰਨੀਆਂ ਰਿਆਸਤਾਂ ਦੇ ਰਾਜੇ ਸਨ ਉਹ 52 ਦਾ ਰਾਜੇ ਬੰਦੀ ਖਾਨੇ ਦੇ ਵਿੱਚ ਕੈਦ ਕੀਤੇ ਹੋਏ ਸਨ। ਔਰ ਉਹਨਾਂ ਦਾ ਬਹੁਤ ਹੀ ਮੰਦਾ ਹਾਲ ਸੀ। ਔਰ ਜਦੋਂ ਗੁਰੂ ਮਹਾਰਾਜ ਜੀ ਗਏ ਤੇ ਇਹਨਾਂ ਨੇ ਜਿੰਨੀ ਵੀ ਉਹਨਾਂ ਦੀ ਸਹਾਇਤਾ ਹੋ ਸਕੀ ਉਹ ਸਹਾਇਤਾ ਕੀਤੀ। ਰੋਜ਼ ਉੱਥੇ ਸਤਸੰਗ ਹੁੰਦਾ ਉਹ ਰਾਜੇ ਵੀ ਹਾਜ਼ਰੀਆਂ ਭਰਦੇ ਤੇ ਉਹਨਾਂ ਦਾ ਜੀਵਨ ਬਦਲਣ ਲੱਗਾ ਤੇ ਉਹਨਾਂ ਨੂੰ ਬੜੀ ਖੁਸ਼ੀ ਪ੍ਰਾਪਤ ਹੋਈ। ਜਦੋਂ ਆਪਾਂ ਇਤਿਹਾਸ 'ਤੇ ਨਜ਼ਰ ਮਾਰਦੇ ਹਾਂ ਤੇ ਪੜ੍ਹਨ ਵਿੱਚ ਸੁਣਨ ਵਿੱਚ ਆਉਂਦਾ ਵੀ ਲਗਭਗ 1 ਸਾਲ ਜਾਂ ਇਸ ਤੋਂ ਥੋੜ੍ਹਾ ਜਿਹਾ ਵੱਧ ਸਮਾਂ ਉੱਥੇ ਗੁਰੂ ਸਾਹਿਬ ਰਹੇ ਨੇ। ਹਾਂਜੀ, ਇਤਿਹਾਸਕਾਰਾਂ ਨੇ ਲਿਖਿਆ ਕੋਈ 1.5 ਸਾਲ ਰਹੇ ਨੇ। ਹਾਂਜੀ, ਤੇ ਇਸ ਤੋਂ ਬਾਅਦ ਕੀ ਸਬਬ ਬਣੇ ਕਿ ਗੁਰੂ ਸਾਹਿਬ ਜਿਹੜੇ ਆ ਉਹਨਾਂ ਨੂੰ ਜਹਾਂਗੀਰ ਵੱਲੋਂ ਉੱਥੋਂ ਜਿਹੜੀ ਆ ਰਿਹਾਈ ਕਰ ਦਿੱਤੀ ਜਾਂਦੀ ਹੈ? ਉਹ ਇਤਿਹਾਸਕਾਰਾਂ ਨੇ ਲਿਖਿਆ ਕਿ ਜਦੋਂ ਉਹਦੀ ਸਿਹਤ ਠੀਕ ਨਹੀਂ ਸੀ, ਉਹਨੂੰ ਡਰ ਲੱਗਣ ਲੱਗ ਪਿਆ, ਇਹੋ ਜਿਹੀ ਗੱਲ ਸੀਗੀ। ਤੇ ਉਹ ਮੀਆਂ ਮੀਰ ਦਾ ਸ਼ਰਧਾਲੂ ਸੀ ਤੇ ਮੀਆਂ ਮੀਰ ਹੁਣੀ ਕਿਤੇ ਉਦੋਂ ਕਈ ਤਾਂ ਕਹਿੰਦੇ ਨਹੀਂ ਸਨ ਉੱਥੇ, ਲੇਕਿਨ ਇਤਿਹਾਸਕਾਰਾਂ ਨੇ ਲਿਖਿਆ ਕਿ ਮੀਆਂ ਮੀਰ ਉਸ ਵਕਤ ਦਿੱਲੀ ਆਏ ਸਨ। ਉਹਨਾਂ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ, ਸ਼ਾਇਦ ਆਗਰੇ ਸਨ, ਉਹਨਾਂ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ। ਤੇ ਉਹਨੇ ਕਿਹਾ ਕਿ ਤੇਰੇ ਤੇ ਉੱਤੇ 60 ਸਦੀ ਤੇ ਆਪਣੇ ਆਪ ਆਉਣੀ ਹੈ, ਤੂੰ ਆਪ ਖਰੀਦ ਰਿਹਾ ਹੈ। ਵੱਡੇ ਗੁਰੂ ਅਰਜਨ ਦੇਵ ਜੀ ਨੂੰ ਤੂੰ ਕਿੰਨੇ ਤਸੀਹੇ ਦੇ ਕੇ ਤੇ ਜੋ ਜ਼ੁਲਮ ਕੀਤਾ ਹੈ ਉਹਦਾ ਫਲ ਭੁਗਤਣਾ ਹੀ ਪੈਣਾ ਹੈਗਾ। ਤੇ ਉਹ ਤੇ ਅੱਗੇ ਤੂੰ ਹੋਰ ਇੱਕ ਗੱਲ ਛੇੜ ਲਈ ਹੈ, ਉਹਨਾਂ ਦੇ ਸਪੁੱਤਰ ਹਰਗੋਬਿੰਦ ਨੂੰ ਤੁਸੀਂ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜਿਆ ਹੈ। ਜਿੰਨਾ ਚਿਰ ਉਹਨਾਂ ਨੂੰ ਨਹੀਂ ਛਡਾਓਗੇ ਤਾਂ ਤੁਹਾਡਾ ਹਾਲ ਇਹ ਰਹੇਗਾ। ਮੀਆਂ ਮੀਰ ਤੇ ਉਹਨਾਂ ਨੂੰ ਯਕੀਨ ਸੀ, ਉਹਨਾਂ ਦੀ ਗੱਲ ਮੰਨੀ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਜਾਓ ਉਹਨਾਂ ਨੂੰ ਮੇਰੇ ਪਾਸ ਲੈ ਆਓ। ਜਦੋਂ ਸੁਨੇਹਾ ਗਿਆ, ਉੱਥੇ ਦਾ ਦਰੋਗਾ ਸੀ ਹਰੀਦਾਸ ਦੇ ਕੋਲ ਚੰਦੂ ਲਾਲ ਨੇ ਉੱਥੇ ਵੀ ਘੱਟ ਨਹੀਂ ਕੀਤੀ। ਇੱਕ ਪੋਸ਼ਾਕ ਬਣਾ ਕੇ ਭੇਜੀ ਜਿਹਦੇ ਵਿੱਚ ਜ਼ਹਿਰ ਭਰੀ ਹੋਈ ਸੀ ਤਾਰਾਂ ਦੇ ਨਾਲ, ਤੇ ਉਹਨੇ ਨਾਲ ਲਿਖ ਵੀ ਦਿੱਤਾ ਕਿ ਉਹ ਹਰੀਦਾਸ ਦਾ ਉਹ ਦੋਸਤ ਸੀਗਾ ਵੀ ਮੇਰੀ ਗੱਲ ਇਹ ਮੰਨੂਗਾ। ਤੇ ਉਹ ਗੁਰੂ ਮਹਾਰਾਜ ਦਾ ਵੀ ਸ਼ਰਧਾਲੂ ਸੀ ਤੇ ਉਹਨੇ ਉਹ ਪੋਸ਼ਾਕ ਭੇਜੀ ਤੇ ਗੁਰੂ ਮਹਾਰਾਜ ਜੀ ਦੇ ਕੋਲ ਉਹਨਾਂ ਨੇ ਹਰੀਦਾਸ ਨੇ ਉਹ ਪੇਸ਼ ਕਰ ਦਿੱਤੀ। ਉਹਨਾਂ ਨੇ ਕਿਹਾ ਅੱਛਾ ਚਲੋ ਇਹ ਗੁਰੂ ਮਹਾਰਾਜ ਜਾਣਦੇ ਹਨ ਕੀ ਭਾਣਾ ਵਰਤਣਾ। ਫਿਰ ਕੁਝ ਜ਼ਹਿਰ ਭੇਜੀ ਉਹਨਾਂ ਦੇ ਖਾਣੇ ਵਿੱਚ ਮਿਲਾ ਕੇ ਇਹਨਾਂ ਨੂੰ ਜ਼ਹਿਰ ਦੇ ਕੇ ਤੁਸੀਂ ਕਰ ਦਿਓ, ਤੇ ਉਹ ਵੀ ਉਹਨਾਂ ਦੇ ਕੋਲ ਚਲੇ ਗਏ। ਇਸ ਤਰ੍ਹਾਂ ਦੇ ਨਾਲ ਕਈ ਵਾਕਿਆ ਹੋਏ, ਲੇਕਿਨ ਗੁਰੂ ਮਹਾਰਾਜ ਜੀ ਨੇ ਉਹ ਹਰੀਦਾਸ ਜਿਹੜਾ ਸੀ ਉਸਨੂੰ ਸ਼ਾਬਾਸ਼ ਦਿੱਤੀ, ਜਿਹਨੇ ਸਾਰੀ ਭੇਤ ਜਣੀ ਖੋਲ੍ਹ ਦਿੱਤਾ। ਤੇ ਜਦੋਂ ਸੁਨੇਹਾ ਗਿਆ ਤੇ ਜਿਹੜੇ ਰਾਜੇ ਸਨ ਉਹ ਬੜੇ ਵਿਰਾਗ ਵਿੱਚ ਆ ਗਏ। ਉਹ ਕਹਿੰਦੇ ਕਿ ਸਾਨੂੰ ਵੀ ਛਡਾ ਕੇ ਜਾਓ, ਤੁਸੀਂ ਤਾਂ ਚੱਲੇ ਜਾਣਾ, ਸਾਨੂੰ ਇੱਥੇ ਬਹੁਤ ਸਾਡੀ ਹੁਣੇ ਥੋੜ੍ਹੀ ਜਿਹੀ ਸਾਨੂੰ ਸਹੂਲਤ ਮਿਲੀ ਸੀ, ਇਹ ਵੀ ਸਾਡੇ ਕੋਲੋਂ ਖੁੱਸ ਜਾਏਗੀ। ਤੇ ਉਸ ਵਕਤ ਗੁਰੂ ਮਹਾਰਾਜ ਜੀ ਨੇ ਉਹਨਾਂ ਵਜ਼ੀਰ ਖਾਨ ਨੂੰ ਕਹਿ ਦਿੱਤਾ, ਵਜ਼ੀਰ ਖਾਨ ਉਹੀ ਜਿਹੜਾ ਲੈ ਕੇ ਆਇਆ ਸੀ ਉਹੀ ਆਇਆ ਸੀਗਾ, ਉਹਨੂੰ ਕਹਿ ਦਿੱਤਾ ਕਿ ਜਾਓ ਜਾ ਕੇ ਉਹਨੂੰ ਕਹਿ ਦਿਓ ਜਿੰਨਾ ਚਿਰ ਬਾਕੀ ਦੇ ਬੰਦੀ ਰਾਜੇ ਨਹੀਂ ਛੱਡੋਗੇ ਉਹਨਾਂ ਚਿਰ ਅਸੀਂ ਵੀ ਨਹੀਂ ਜਾਵਾਂਗੇ, ਇੱਥੇ ਅਸੀਂ ਬਿਤਾ ਦੇਵਾਂਗੇ ਸਾਰਾ ਸਮਾਂ। ਤੇ ਉਸ ਵਕਤ ਫਿਰ ਜਦੋਂ ਆ ਕੇ ਦੱਸਿਆ ਤਾਂ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਤੁਹਾਡੀ ਪੱਲਾ ਪਕੜ ਕੇ ਬਾਹਰ ਆ ਜਾਣਗੇ ਉਹਨਾਂ ਨੂੰ ਛੱਡ ਦਿੱਤਾ ਜਾਏਗਾ। ਤੇ ਗੁਰੂ ਮਹਾਰਾਜ ਜੀ ਨੇ ਉਦੋਂ 52 ਕਲੀਆਂ ਵਾਲਾ ਇੱਕ ਕੁੜਤਾ ਬਣਾਇਆ ਤੇ ਇੱਕ ਕਲੀ ਦੇ ਕੇ 52 ਦੇ 52 ਰਾਜੇ ਉਹ ਛਡਾ ਕੇ ਆਏ। ਉਹ ਸਾਰੇ ਦਿੱਲੀ ਆਏ ਪਹਿਲੋਂ ਜੀ। ਦਿੱਲੀ ਆ ਕੇ ਚੰਦੂ ਦਾ ਵੀ ਭੇਦ ਖੁੱਲ੍ਹ ਗਿਆ, ਚੰਦੂ ਵੀ ਆਇਆ, ਚੰਦੂ ਵੀ ਪਕੜ ਲਿਆ। ਚੰਦੂ ਨੂੰ ਗੁਰੂ ਮਹਾਰਾਜ ਜੀ ਦੇ ਹਵਾਲੇ ਵੀ ਕੀਤਾ। ਸਿੰਘਾਂ ਨੇ ਜੋ ਹਵਾਲ ਹੋਇਆ ਉਹਦਾ ਇਤਿਹਾਸ ਬਹੁਤ ਲੰਬਾ ਹੈ। ਜੀ ਤੇ ਬਿਲਕੁਲ ਜੀ, ਜਦੋਂ ਫਿਰ ਉੱਥੋਂ ਰਿਹਾ ਹੋ ਜਾਂਦੇ 52 ਰਾਜਿਆਂ ਦੇ ਸਮੇਤ ਗੁਰੂ ਸਾਹਿਬ ਪਹੁੰਚਦੇ ਨੇ ਅੰਮ੍ਰਿਤਸਰ। ਹਾਂਜੀ, ਹਰਿਮੰਦਰ ਸਾਹਿਬ ਦੇ ਵਿੱਚ ਰੌਸ਼ਨੀਆਂ ਕਰਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਵਾ। ਤੇ ਮੈਂ ਦੱਸ ਦੇਵਾਂ ਜੀ, ਉਸ ਜਿਹੜੀ ਜਗ੍ਹਾ ਵਾ ਜਿੱਥੇ ਇਹਨਾਂ ਨੂੰ ਇੱਥੇ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਗਵਾਲੀਅਰ ਦੇ ਵਿੱਚ, ਉੱਥੇ ਹੁਣ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜੀ, ਦਾਤਾ ਬੰਦੀ ਛੋੜ ਸਾਹਿਬ। ਬਿਲਕੁਲ। ਤੇ ਹੁਣ ਬ੍ਰੇਕ ਦਾ ਸਮਾਂ ਹੋ ਗਿਆ ਜੀ। ਬ੍ਰੇਕ ਤੋਂ ਬਾਅਦ ਆਪਾਂ ਥੋੜਾ ਜਿਹਾ ਹੋਰ ਇਤਿਹਾਸ ਦੀ ਜਾਣਕਾਰੀ ਲਵਾਂਗੇ ਤੇ ਫਿਰ ਗੁਰਦੁਆਰਾ ਸਾਹਿਬ ਦੇ ਜੋ ਪ੍ਰਬੰਧ ਨੇ ਦੀਵਾਲੀ ਨੂੰ ਲੈ ਕੇ, ਬੰਦੀ ਛੋੜ ਦਿਵਸ ਨੂੰ ਲੈ ਕੇ, ਉਸ ਪਰ ਵੀ ਗੱਲਬਾਤ ਕਰਦੇ ਹਾਂ ਜੀ। ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ। ਜਲਦ ਹਾਜ਼ਰ ਹੋਣੇ ਆ।
ਪ੍ਰੋਗਰਾਮ ਐਡਮਿੰਟਨ ਡਾਈ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਹੈ ਸਰਦਾਰ ਬਲਬੀਰ ਸਿੰਘ ਚਾਨਾ ਜੀ ਦੇ ਨਾਲ, ਜਿਹੜੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ। ਚਾਨਾ ਸਾਹਿਬ, ਜਦੋਂ 6ਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚਦੇ ਨੇ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਪਹੁੰਚਦੇ ਨੇ ਜੀ, ਰੌਸ਼ਨੀਆਂ ਕੀਤੀਆਂ ਜਾਂਦੀਆਂ ਨੇ ਜੀ, ਨਗਰ ਕੀਰਤਨ ਕੱਢੇ ਜਾਂਦੇ ਨੇ, ਹਾਂਜੀ, ਕੀਰਤਨ ਹੁੰਦਾ, ਅਖੰਡ ਪਾਠ ਦੇ ਭੋਗ ਪਾਏ ਜਾਂਦੇ ਨੇ, ਸੰਗਤਾਂ ਵੱਲੋਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਤੇ ਅੱਜ ਦੀ ਡੇਟ ਦੇ ਵਿੱਚ ਵੀ ਇਹ ਕਿਹਾ ਜਾਂਦਾ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਬਿਲਕੁਲ। ਇਸ ਪਿੱਛੇ ਕੀ ਇਤਿਹਾਸ ਹੈ, ਕੀ ਕਹਿਣਾ ਚਾਹੋਗੇ? ਇਤਿਹਾਸ ਆਪਾਂ ਪਿੱਛੇ ਵਰਣਨ ਕਰ ਚੁੱਕੇ ਹਾਂ ਕਿ ਗੁਰੂ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ ਜਦੋਂ ਜਹਾਂਗੀਰ ਤੋਂ ਮਿਲ ਕੇ ਚੰਦੂ ਨੂੰ ਨਾਲ ਲੈ ਕੇ ਉਹ ਵਾਪਸ ਆ ਰਹੇ ਸਨ, ਤੇ ਉਦੋਂ ਉਹਨਾਂ ਨੇ ਜਦੋਂ ਪਹੁੰਚੇ ਹਨ, ਉਸ ਦਿਨ ਦੀਵਾਲੀ ਦਾ ਤਿਉਹਾਰ ਸੀ, ਮੱਸਿਆ ਦੀ ਰਾਤ ਸੀ, ਤੇ ਸੰਗਤਾਂ ਨੂੰ ਬੜੀ ਉਡੀਕ ਸੀ। ਉਡੀਕ ਤੇ ਉਹਨਾਂ ਨੂੰ ਬਹੁਤ ਦੇਰ ਦੀ ਸੀ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਜਥੇ ਬਣਾ ਕੇ ਜਾਂਦੇ ਸੀ, ਪ੍ਰਭਾਤ ਫੇਰੀਆਂ ਗਵਾਲੀਅਰ ਦੇ ਵਿੱਚ ਨਿਕਲਦੀਆਂ ਸਨ। ਜਦੋਂ ਉਹ ਆਏ ਤਾਂ ਬਹੁਤ ਹੀ ਖੁਸ਼ੀ ਮਨਾਈ ਸਾਰੀਆਂ ਸੰਗਤਾਂ ਨੇ। ਉਸ ਵਕਤ ਉਹਨਾਂ ਨੇ ਦੀਵਾਲੀ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ। ਹਰਿਮੰਦਰ ਸਾਹਿਬ ਦੇ ਵਿੱਚ ਪਹਿਲੀ ਵਾਰੀ ਦੀਪਮਾਲਾ ਉਦੋਂ ਕੀਤੀ ਗਈ ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਜੀ 52 ਕੈਦੀਆਂ ਦੀ ਬੰਦ ਖਲਾਸੀ ਕਰਾ ਕੇ ਇੱਥੇ ਪਹੁੰਚੇ ਸਨ। ਉਹਨਾਂ ਨੇ ਸ਼ੁਕਰ ਕੀਤਾ ਦਾਤੇ ਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਸਾਡੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਠੀਕ ਠਾਕ ਸਾਡੇ ਕੋਲ ਪਹੁੰਚੇ ਹਨ। ਉਸ ਵਕਤ ਗੁਰੂ ਹਰਿਮੰਦਰ ਸਾਹਿਬ ਵਿਖੇ ਬਹੁਤ ਹੀ ਖੁਸ਼ੀ ਮਨਾਈ ਗਈ। ਉਸ ਦਿਨ ਤੋਂ ਲੈ ਕੇ ਹਰ ਸਾਲ ਬੜੀ ਹੀ ਧੂਮਧਾਮ ਦੇ ਨਾਲ ਦੀਪਮਾਲਾ ਕੀਤੀ ਜਾਂਦੀ ਹਨ, ਅਤਿਸ਼ਬਾਜ਼ੀ ਕੀਤੀ ਜਾਂਦੀ ਹੈ, ਅਤੇ ਸਾਰੀਆਂ ਸੰਗਤਾਂ ਹੁੰਮ ਹੁਮਾ ਕੇ ਆਉਂਦੀਆਂ ਨੇ, ਦੂਰੋਂ ਦੂਰੋਂ ਆਉਂਦੀਆਂ ਨੇ, ਅਤੇ ਨਾਲ ਨਾਲ ਸੇਵਾ ਵੀ ਕਰਦੀਆਂ ਨੇ, ਅਤੇ ਆ ਕੇ ਖੁਸ਼ੀ ਦਾ ਇਜ਼ਹਾਰ ਵੀ ਕਰਦੀਆਂ ਹਨ, ਬਾਣੀ ਸਰਵਣ ਕਰਦੀਆਂ ਨੇ, ਅਖੰਡ ਪਾਠ ਹੁੰਦੇ ਨੇ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ। ਸਾਰੀਆਂ ਖੁਸ਼ੀਆਂ ਗੁਰੂ ਮਹਾਰਾਜ ਜੀ ਜੋ ਦਿੰਦੇ ਹਨ, ਉਪਦੇਸ਼ ਦਿੰਦੇ ਹਨ, ਆ ਕੇ ਸੰਗਤਾਂ ਜੋ ਹਨ ਉਹ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅਤੇ ਆਪਣਾ ਜੀਵਨ ਸਫਲ ਕਰਦੀਆਂ ਹਨ। ਆਪਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਪਰਉਪਕਾਰ ਜੋ ਹੈ ਨਾ, ਸਭ ਤੋਂ ਵੱਡੀ ਚੀਜ਼ ਹੈ। ਗਰੀਬ ਦੀ ਸੇਵਾ ਕਰਨੀ ਸਭ ਤੋਂ ਵੱਡੀ ਚੀਜ਼ ਹੈ। ਉਸ ਕਰਕੇ ਪਰਉਪਕਾਰੀ ਗੁਰੂ ਮਹਾਰਾਜ ਜਿਨ੍ਹਾਂ ਨੇ ਇਹ ਸਾਨੂੰ ਦੱਸਿਆ ਹੈ ਕਿ ਕਿਸੇ ਗਰੀਬ ਦੀ ਸਹਾਇਤਾ ਕਰਨੀ ਹੈ, ਕਿਸੇ ਡਿੱਗੇ ਨੂੰ ਉਠਾਉਣਾ ਹੈ, ਕਿਸੇ ਅਨਪੜ੍ਹ ਬੰਦੇ ਨੂੰ ਪੜ੍ਹਾਈ ਕਰਾਉਣੀ ਹੈ, ਇਸ ਤਰ੍ਹਾਂ ਦੇ ਉਪਦੇਸ਼ ਜੋ ਹਨ ਬਹੁਤ ਹਨ ਸਿੱਖ ਧਰਮ ਦੇ ਵਿੱਚ। ਆਪਾਂ ਲੰਗਰ ਵੀ ਲਾਉਂਦੇ ਹਾਂ, ਹਰ ਇੱਕ ਚੀਜ਼ ਦੀ ਸੇਵਾ ਕਰਦੇ ਹਾਂ, ਭਾਂਡੇ ਧੋਣੇ ਹਨ, ਸਫਾਈ ਕਰਨੀ ਹੈ। ਇਹ ਸਾਰੀਆਂ ਸੇਵਾਵਾਂ ਗੁਰੂ ਮਹਾਰਾਜ ਜੀ ਨੇ ਸਾਨੂੰ ਦਿੱਤੀਆਂ ਹਨ, ਅਤੇ ਉਹ ਸੇਵਾ ਕਰਕੇ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ। ਨਹੀਂ ਤਾਂ ਸਾਡੀਆਂ ਮੰਗਾਂ ਬਹੁਤ ਨੇ ਪਰ ਸਾਡੀ ਸੇਵਾ ਥੋੜ੍ਹੀ ਹੁੰਦੀ ਹੈ ਜੀ। ਔਰ ਬਿਲਕੁਲ ਜੀ, ਇਸ ਵੇਲੇ ਵੀ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਦੀਵਾਲੀ ਔਰ ਬੰਦੀ ਛੋੜ ਦਿਵਸ ਮਨਾਇਆ ਜਾਂਦਾ, ਤੇ ਹਜ਼ਾਰਾਂ ਲੱਖਾਂ ਕਰੋੜਾਂ ਦੇ ਉੱਥੇ ਜੀ ਰੌਸ਼ਨੀਆਂ ਕੀਤੀਆਂ ਜਾਂਦੀਆਂ ਨੇ, ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾਂਦੀ ਆ। ਤੇ ਜਿਹੜੇ ਵੀ ਦਰਸ਼ਕ ਅੰਮ੍ਰਿਤਸਰ ਜਾਣ ਪੰਜਾਬ ਵਿੱਚ, ਜੇ ਅਗਰ ਤੁਸੀਂ ਅੰਮ੍ਰਿਤਸਰ ਦੀ ਦੀਵਾਲੀ ਨਹੀਂ ਵੇਖੀ ਤੇ ਜ਼ਰੂਰ ਵੇਖਿਓ ਜੀ। ਤੇ ਹੁਣ ਗੱਲ ਕਰਦੇ ਹਾਂ ਕਿ ਦੀਵਾਲੀ ਐਡਮਿੰਟਨ ਦੀ ਜਿਹੜੀ ਆ, ਖਾਸ ਕਰਕੇ ਜਿਹੜੇ ਗੁਰਦੁਆਰਾ ਮਿਲਵੁੱਡ ਆ, ਜਿਹਨੂੰ ਰਾਮਗੜੀਆ ਗੁਰਦੁਆਰਾ ਵੀ ਕਹਿ ਦਿੱਤਾ ਜਾਂਦਾ ਜੀ, ਪ੍ਰਬੰਧਕ ਕਮੇਟੀ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਜੀ। ਇਸ ਵਾਰੀ ਪ੍ਰਬੰਧਕ ਕਮੇਟੀ ਵੱਲੋਂ ਕੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਦੀਵਾਲੀ ਜਾਂ ਬੰਦੀ ਛੋੜ ਦਿਵਸ ਨੂੰ ਮਨਾਉਣ ਲਈ? ਪਹਿਲਾਂ ਤਾਂ ਜੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜੀ। ਸਤਿਗੁਰੂ ਸਾਰਿਆਂ 'ਤੇ ਮਿਹਰ ਕਰੇ, ਚੜ੍ਹਦੀਆਂ ਕਲਾਂ ਬਖਸ਼ੇ, ਅਤੇ ਸਾਰਿਆਂ ਦੇ ਮਨਾਂ ਦੇ ਵਿੱਚ ਚਾਨਣ ਬਖਸ਼ੇ, ਤੇ ਆ ਕੇ ਆਪਾਂ ਰਲ ਮਿਲ ਕੇ ਇੱਕ ਦੂਸਰੇ ਦਾ ਸਹਿਯੋਗ ਦੇ ਕੇ ਇੱਕ ਦੂਸਰੇ ਨਾਲ ਪਿਆਰ ਪਾ ਸਕੀਏ। ਦੀਵੇ ਨਾਲ ਦੀਵਾ ਜਗਦਾ ਹੈ, ਅਤੇ ਇਸ ਕਰਕੇ ਐਡਮਿੰਟਨ ਦੇ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਸਾਰੇ ਗੁਰਦੁਆਰਾ ਸਾਹਿਬ ਵਿੱਚ, ਗੁਰਦੁਆਰਾ ਮਿਲਵੁੱਡ ਵਿੱਚ ਵੀ, ਸਾਰੇ ਬਾਕੀ ਗੁਰਦੁਆਰਿਆਂ ਵਿੱਚ ਵੀ ਦੀਵਾਲੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਤੇ ਗੁਰਦੁਆਰਾ ਮਿਲਵੁੱਡ ਵਿਖੇ ਅੱਜ ਅਖੰਡ ਪਾਠ ਆਰੰਭ ਹੋਏ ਹਨ, ਜਿਨ੍ਹਾਂ ਦੇ ਭੋਗ ਵੀਰਵਾਰ ਨੂੰ ਸਵੇਰੇ ਪਾਏ ਜਾਣਗੇ। ਉਸ ਤੋਂ ਉਪਰੰਤ ਸਾਰਾ ਦਿਨ ਕੀਰਤਨ, ਕਥਾ ਅਤੇ ਇਤਿਹਾਸਕ ਵਿਚਾਰਾਂ ਕੀਤੀਆਂ ਜਾਣਗੀਆਂ। ਸੰਗਤਾਂ ਨੂੰ ਬੇਨਤੀ ਹੈ ਕਿ ਉਹ ਦਿਨ ਦੇ ਟਾਈਮ ਜਿੰਨੇ ਤੋਂ ਵੱਧ ਸੇਵਾ ਵਿੱਚ ਹਾਜ਼ਰ ਹੋ ਸਕਣ, ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਸਕਣ। ਉਹ ਬਹੁਤ ਚੰਗੀ ਗੱਲ ਹੈ, ਕਿਉਂਕਿ ਰਾਤ ਨੂੰ ਹਨੇਰਾ ਹੁੰਦਾ ਹੈ। 8 ਵਜੇ ਆਪਾਂ ਸਮਾਪਤੀ ਕਰਨੀ ਹੈ। ਇਸ ਕਰਕੇ ਸੰਗਤਾਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਪ੍ਰਬੰਧਕਾਂ ਨੇ ਜੋ ਵੀ ਉਹਨਾਂ ਨੇ ਸੇਵਾਦਾਰ ਲਗਾਏ ਹਨ, ਸੇਵਾ ਦੇ ਵਿੱਚ ਉਹਨਾਂ ਦਾ ਜੋ ਕਹਿਣਗੇ ਉਹਨਾਂ ਨੂੰ ਮੰਨ ਕੇ ਆਪ ਜੀ ਨੇ ਗੁਰਦੁਆਰਾ ਸਾਹਿਬ ਵਿੱਚ ਆਉਣਾ, ਮਾਸਕ ਲਗਾਉਣੇ ਹਨ, ਕਿਉਂਕਿ ਜੇ ਜੋ ਆਪਣਾ ਲੋਕਡਾਊਨ ਹੈ ਉਹ ਖੁੱਲ੍ਹਾ ਨਹੀਂ ਹੈ। ਇਸ ਕਰਕੇ ਆਪਾਂ ਨੇ ਇਹਤਿਆਤ ਰੱਖਣੀ ਹੈ।
ਤੇ ਗੁਰਦੁਆਰਾ ਸਾਹਿਬ ਵਿੱਚ ਬੇਨਤੀ ਆ ਕਿ ਇੱਕ ਸਾਈਡ ਦੇ ਉੱਤੋਂ ਡੋਰ ਜੋ ਹੈ ਪਿਛਲੇ ਸਾਲ ਵੀ ਕੀਤਾ ਗਿਆ ਸੀ, ਉਹ ਦਰਵਾਜ਼ਾ ਖੁੱਲ੍ਹੇਗਾ। ਉਸ ਦਰਵਾਜ਼ੇ ਥਾਂ ਤੁਸੀਂ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਜਾਣਾ ਹੈ, ਜਾ ਕੇ ਤੇ ਆਪਣਾ ਖੁਸ਼ੀਆਂ ਲੈਣੀਆਂ ਹਨ ਤੇ ਦੇਗ ਵੀ ਤੁਹਾਨੂੰ ਉਸੇ ਤਰ੍ਹਾਂ ਮਿਲੇਗੀ। ਹਰ ਇੱਕ ਚੀਜ਼ ਜਾਣੀ ਬੜੇ ਪਿਆਰ ਦੇ ਨਾਲ ਅਰੇਂਜ ਕੀਤਾ ਗਿਆ ਹੈ। ਆਪ ਸਾਰਿਆਂ ਨੇ ਉੱਥੇ ਹਾਜ਼ਰੀਆਂ ਜ਼ਰੂਰ ਭਰਨੀਆਂ ਹਨ। ਚਾਨਾ ਸਾਹਿਬ, ਜਿਵੇਂ ਕੋਵਿਡ ਦੀ ਗੱਲ ਚੱਲ ਰਹੀ ਹੈ, ਕਿਉਂਕਿ ਕੋਵਿਡ ਦੇ ਜਿੰਨੇ ਵੀ ਦਿਨ ਦਿਹਾੜ ਨੇ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੇ ਨੇ, ਤੇ ਇਹਦੇ ਵਿੱਚ ਇੱਕ ਫੇਸ ਮਾਸਕ ਜਿਹੜੇ ਆ, ਸੋਸ਼ਲ ਡਿਸਟੈਂਸਿੰਗ ਆ, ਇਹਨਾਂ ਨੂੰ ਲੈ ਕੇ ਕੀ ਦਿਸ਼ਾ ਨਿਰਦੇਸ਼ ਨੇ ਸੰਗਤਾਂ ਦੇ ਲਈ? ਇਹ ਬਹੁਤ ਜ਼ਰੂਰੀ ਗੱਲ ਹੈ ਜੀ ਕਿ ਸਾਨੂੰ ਤਕਰੀਬਨ 1.5 ਸਾਲ ਤੋਂ ਉੱਪਰ ਹੋ ਗਿਆ ਸੰਗਤਾਂ ਨੂੰ ਬੜੀਆਂ ਬੇਨਤੀਆਂ ਕਰਦੇ ਆਏ ਆ। ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਨੂੰ ਮਾਸਕ ਜਾਂ ਹਨ ਗੁਰਦੁਆਰਾ ਸਾਹਿਬ ਵੱਲੋਂ ਪ੍ਰੋਵਾਈਡ ਕੀਤੇ ਜਾਂਦੇ ਹਨ ਜੀ, ਪਰ ਦੇਖਿਆ ਇਹ ਜਾਂਦਾ ਹੈ ਕਿ ਮਾਸਕ ਅਸੀਂ ਉੱਥੋਂ ਲੈ ਕੇ ਉਹਨਾਂ ਚਿਰ ਮਾੜਾ ਜਿਹਾ ਲਾ ਕੇ ਤੇ ਜਾਂਦੇ ਹੋਏ ਡਸਟਬਿਨ ਵਿੱਚ ਸਿੱਟ ਜਾਂਦੇ ਹਨ। ਕਿਤੇ ਸਟੋਰ 'ਚ ਜਾਈਏ, ਕਿਸੇ ਰੈਸਟੋਰੈਂਟ 'ਚ ਜਾਈਏ, ਉਹ ਤੁਹਾਨੂੰ ਬਗੈਰ ਮਾਸਕ ਤੋਂ ਨਹੀਂ ਜਾਣ ਦਿੰਦੇ। ਬਿਲਕੁਲ। ਜੇ ਉੱਥੋਂ ਤੁਸੀਂ ਮਾਸਕ ਹਾਸਲ ਕਰਨਾ ਹੈ ਤਾਂ ਉਹ ਤਕਰੀਬਨ $2-2.5 ਤੁਹਾਤੋਂ ਮੰਗਦੇ ਆ ਤੇ ਅਸੀਂ ਉਹ ਪ੍ਰੋਵਾਈਡ ਹੁਣ ਤੱਕ ਫ੍ਰੀ ਕਰਦੇ ਰਹੇ ਹਾਂ ਤੇ ਕਰਦੇ ਵੀ ਹਾਂ। ਲੇਕਿਨ ਹੁਣ ਸਾਡੇ ਕੋਲ ਜੋ ਮਾਸਕਾਂ ਦੀ ਕੈਪੈਸਿਟੀ ਹੈ ਉਹ ਤਕਰੀਬਨ ਥੋੜ੍ਹੀ ਰਹਿੰਦੀ ਹੈ। ਇਸ ਕਰਕੇ ਬੇਨਤੀ ਹੈ ਸੰਗਤਾਂ ਨੂੰ, ਤੁਸੀਂ ਆਪਣੇ ਮਾਸਕ ਵੀ ਹੁਣ ਤੱਕ ਤਾਂ ਬਣਾ ਲਏ ਹੋਣਗੇ ਕਿ 1.5 ਸਾਲ ਦੇ ਵਿੱਚ ਤਾਂ ਬਹੁਤ ਕੁਝ ਪਤਾ ਲੱਗ ਜਾਂਦਾ। ਤੇ ਆਪਣੇ ਮਾਸਕ ਜ਼ਰੂਰ ਪਾ ਕੇ ਆਇਓ। ਜਿਸ ਕੋਲ ਨਾ ਵੀ ਹੋਏਗਾ ਉਹਨਾਂ ਨੂੰ ਪ੍ਰੋਵਾਈਡ ਵੀ ਕਰਾਂਗੇ। ਬੇਨਤੀ ਹੈ ਕਿ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ। 2 ਮੀਟਰ ਦੀ ਜੋ ਫਾਸਲਾ ਰੱਖਣਾ ਉਹ ਵੀ ਬਹੁਤ ਜ਼ਰੂਰੀ ਹੈ। ਮੱਥਾ ਟੇਕਣਾ ਹੈ ਲਾਈਨ ਵਿੱਚ, ਬੜਾ ਫਾਸਲਾ ਰੱਖ ਕੇ ਉਸ ਤਰੀਕੇ ਦੇ ਨਾਲ ਹੀ ਕਰਨਾ ਹੈ ਜਿਸ ਤਰ੍ਹਾਂ ਦੇ ਪ੍ਰਬੰਧ ਕੀਤਾ ਗਿਆ ਹੈ। ਬਿਲਕੁਲ ਜੀ, ਜਿਵੇਂ ਚਾਨਾ ਸਾਹਿਬ ਨੇ ਦੱਸਿਆ ਵਾ ਕਿ ਮਾਸਕ ਹੋ ਸਕੇ ਤਾਂ ਤੁਸੀਂ ਆਪਣਾ ਲੈ ਕੇ ਆਇਓ, ਜੇ ਬਾਈ ਚਾਂਸ ਭੁੱਲ ਜਾਓ ਤੇ ਪ੍ਰਬੰਧਕ ਕਮੇਟੀ ਵੱਲੋਂ ਤੁਹਾਨੂੰ ਮੁਹੱਈਆ ਵੀ ਕਰਵਾਇਆ ਜਾਵੇਗਾ। ਬਾਕੀ ਗੁਰਦੁਆਰਾ ਸਾਹਿਬ ਦਾ ਜਿਹੜਾ ਅੰਦਰ ਦੀਵਾਨ ਹੈ ਉੱਥੇ ਨਿਸ਼ਾਨਦਾਈ ਕੀਤੀ ਗਈ ਹੋਵੇਗੀ, 2-2 ਫੁੱਟ ਦੀ ਜਿਹੜੀ ਉੱਥੇ ਡਿਸਟੈਂਸ ਆ, 6 ਫੁੱਟ ਦੀ ਸੌਰੀ, ਤੇ ਉਹ ਕੀਤੀ ਗਈ ਹੋਵੇਗੀ। ਤੁਸੀਂ ਉਸ ਨਿਸ਼ਾਨਦਾਈ ਦੇ ਅਨੁਸਾਰ ਹੀ ਉੱਥੇ ਬੈਠਣਾ ਵਾ, ਕੀਰਤਨ ਸੁਣਨਾ ਵਾ, ਸਰਵਣ ਕਰਨਾ ਵਾ ਤੇ ਹਾਜ਼ਰੀਆਂ ਲਾਉਣੀਆਂ ਨੇ। ਅਗਲਾ ਸਵਾਲ ਇਹ ਆ ਕਿ ਨਾਰਮਲੀ ਅਸੀਂ ਗੱਲਬਾਤ ਕਰਦੇ ਹੁੰਦੇ ਆ ਕਿ ਸੰਗਤ ਦੇ ਨਾਲ ਪੰਗਤ ਵੀ ਹੁੰਦੀ ਹੈ ਜੀ, ਤੇ ਪੰਗਤ ਨੂੰ ਲੈ ਕੇ ਯਾਨੀ ਕਿ ਲੰਗਰ ਨੂੰ ਲੈ ਕੇ ਕੋਈ ਪ੍ਰਬੰਧ ਹੈਗੇ ਨੇ ਜਾਂ ਕੀ ਦਿਸ਼ਾ ਨਿਰਦੇਸ਼ ਨੇ ਸੰਗਤਾਂ ਨੂੰ? ਲੰਗਰ ਦੇ ਪ੍ਰਬੰਧ ਵਾਸਤੇ ਬਹੁਤ ਵਿਚਾਰ ਕੀਤੀ ਗਈ ਹੈ ਜੀ। ਲੰਗਰ ਅਜੇ ਨਹੀਂ ਖੁੱਲ੍ਹਾ ਕਿਉਂਕਿ ਉਹਦਾ ਵੀ ਕਾਰਨ ਇੱਕ ਸੰਗਤਾਂ ਹੀ ਹੁੰਦੀਆਂ ਹਨ। ਸੰਗਤਾਂ ਲਈ ਲੰਗਰ ਹੋਣਾ ਹੈ, ਲੇਕਿਨ ਸੰਗਤਾਂ ਜੋ ਹਨ ਉਹ ਕਹਿੰਦੀਆਂ ਹਨ ਕਿ ਤੁਸੀਂ ਸਾਨੂੰ ਰੋਕਦੇ ਕਿਉਂ ਆ ਬੈਠਣ ਵਾਸਤੇ? ਅਸੀਂ 2 ਮੀਟਰ ਦੀ ਡਿਸਟੈਂਸ ਦੇ ਉੱਤੇ ਕਿੱਦਾਂ ਜਾਣੀ ਨਹੀਂ ਬੈਠਣਾ? ਅਸੀਂ ਤੇ ਲੰਗਰ ਛਕਣਾ, ਗੁਰੂ ਕਾ ਲੰਗਰ ਆ। ਇਸ ਕਰਕੇ ਅਜੇ ਲੰਗਰ ਸ਼ੁਰੂ ਨਹੀਂ ਕੀਤਾ। ਲੰਗਰ ਸ਼ੁਰੂ ਕਰਨ ਦੀ ਅਸੀਂ ਵਿਚਾਰਾਂ ਬਣਾ ਰਹੇ ਹਾਂ, ਜੇ ਛੇਤੀ ਤੋਂ ਛੇਤੀ ਸ਼ੁਰੂ ਹੋਵੇਗਾ, ਲੇਕਿਨ ਹਾਲੇ ਲੰਗਰ ਨਹੀਂ ਸ਼ੁਰੂ ਹੋਣਾ। ਇਸ ਕਰਕੇ ਨਾਲ ਇੱਕ ਹੋਰ ਬੇਨਤੀ ਹੈ ਕਿ ਸੰਗਤਾਂ ਮਠਿਆਈ ਜੋ ਹੈ ਉਹ ਗੁਰਦੁਆਰਾ ਵਿੱਚ ਬਹੁਤ ਲੈ ਕੇ ਆਉਂਦੀਆਂ ਹਨ ਤਾਂ ਉਹਨੂੰ ਸੰਭਾਲਣਾ ਬੜਾ ਮੁਸ਼ਕਿਲ ਹੈ। ਸਾਡੀਆਂ ਤਾਂ 4 ਬੰਦੇ ਜਾਂ 5 ਬੰਦੇ ਸਾਰਾ ਦਿਨ ਵੱਖੋ ਵੱਖਰੇ ਟਾਈਮ ਦੇ ਨਾਲ ਉਹਨਾਂ ਨੂੰ ਡਿਊਟੀ ਦਿੱਤੀ ਜਾਂਦੀ ਹੈ। ਉਹ ਉਹਨਾਂ ਨੂੰ ਪੈਕ ਕਰਕੇ ਅਸੀਂ ਵਾਪਸ ਜੋ ਪ੍ਰਸ਼ਾਦ ਦੇ ਤੌਰ ਦੇ ਉੱਤੇ ਸੰਗਤਾਂ ਨੂੰ ਵੀ ਵਰਤਾਉਂਦੇ ਹਾਂ ਤੇ ਉਹਦੇ ਵਿੱਚ ਵੀ ਸਾਡਾ ਸਹਾਇਤਾ ਕਰੋ। ਜਿੰਨਾ ਵੀ ਘੱਟ ਤੋਂ ਘੱਟ ਜਾਣੀ ਵੀ ਤੁਸੀਂ ਮਠਿਆਈ ਲਿਆਉਣੀ ਆ ਤਾਂ ਮੈਂ ਬਿਲਕੁਲ ਰੋਕਦਾ ਵੀ ਨਹੀਂ, ਪਰ ਉਹਦੀ ਜਗ੍ਹਾ ਦੇ ਉੱਤੇ ਤੁਸੀਂ ਹੋਰ ਕੋਈ ਸੇਵਾ ਕਰ ਸਕਦੇ ਹਨ, ਮਾਇਕ ਤੌਰ ਤੇ ਕਰ ਸਕਦੇ ਹੋ। ਇਸ ਕਰਕੇ ਪ੍ਰਸ਼ਾਦ ਉੱਥੇ ਬਣਦਾ, ਪ੍ਰਸ਼ਾਦ ਬਹੁਤ ਜ਼ਰੂਰੀ ਹੁੰਦਾ ਤੇ ਆਪ ਉਹਦੇ ਵਿੱਚ ਵੀ ਹਿੱਸਾ ਪਾ ਸਕਦੇ ਹੋ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਪ੍ਰਬੰਧਕਾਂ ਦਾ ਸਾਥ ਦਿਓ ਅਤੇ ਉਹਨਾਂ ਦੀ ਹੈਲਪ ਕਰੋ। ਸੋ ਚਾਨਾ ਸਾਹਿਬ, ਅਕਸਰ ਕੀ ਹੁੰਦਾ ਵਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਦੀਵਾਲੀ ਵਾਲੇ ਦਿਨ, ਬੰਦੀ ਛੋੜ ਦਿਵਸ ਵਾਲੇ ਦਿਨ ਪੰਡਾਲ ਲਗਾ ਕੇ ਉੱਥੇ ਦੀਵੇ ਜਗਾਏ ਜਾਂਦੇ ਨੇ, ਦੀਪਮਾਲਾ ਕੀਤੀ ਜਾਂਦੀ ਆ, ਮੋਮਬੱਤੀਆਂ ਜਗਾਈਆਂ ਜਾਂਦੀਆਂ, ਜਾਂ ਜਿਹੜੇ ਬੱਚੇ ਹੁੰਦੇ ਨੇ ਉੱਥੇ ਆਪਣੀਆਂ ਫੁੱਲਝੜੀਆਂ ਵਗੈਰਾ, ਅਨਾਰ ਵਗੈਰਾ ਚਲਾ ਕੇ ਵੀ ਖੁਸ਼ੀ ਦਾ ਇਜ਼ਹਾਰ ਜਿਹੜਾ ਕਰਦੇ ਨੇ ਜੀ। ਇਸ ਨੂੰ ਲੈ ਕੇ ਕੀ ਦਿਸ਼ਾ ਨਿਰਦੇਸ਼ ਨੇ? ਉਹ ਇਸ ਤਰ੍ਹਾਂ ਦੇ ਨਾਲ ਅੱਗੇ ਅਸੀਂ ਕਰਦੇ ਸੀ ਤੇ ਉਹਦੇ ਵਾਸਤੇ ਸਾਨੂੰ ਜਿਹੜਾ ਫਾਇਰ ਡਿਪਾਰਟਮੈਂਟ ਆ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਪੈਂਦੀ ਹੈ। ਇਸ ਕਰਕੇ ਫਾਇਰ ਡਿਪਾਰਟਮੈਂਟ ਵਾਲੇ ਜਿਹੜੇ ਨੇ ਉਹਨਾਂ ਨੇ ਸਾਨੂੰ ਕਿਹਾ ਜਿੰਨਾ ਵੀ ਤੁਸੀਂ ਸੰਕੋਚ ਕਰੋਗੇ ਉਨੀ ਚੰਗੀ ਗੱਲ ਹੈ। ਤੇ ਅਸੀਂ ਇਹ ਕਿਹਾ ਹੈ ਕਿ ਇਸ ਪਟਾਕੇ ਅਤੇ ਫੁੱਲਝੜੀਆਂ ਜਾਂ ਮੋਮਬੱਤੀਆਂ ਜਾਂ ਦੀਵੇ ਸਰੋਂ ਦੇ ਤੇਲ ਦੇ ਜਗਾ ਲੈਂਦੇ ਆ, ਉਹਦੇ ਨਾਲ ਫਲੋਰ ਵੀ ਖਰਾਬ ਹੁੰਦਾ, ਨਿਸ਼ਾਨ ਸਾਹਿਬ ਦੇ ਉੱਤੇ ਰੱਖ ਜਾਂਦੇ ਆ, ਉਹ ਵੀ ਠੀਕ ਨਹੀਂ ਹੈ। ਇਸ ਕਰਕੇ ਉਹ ਬਿਲਕੁਲ ਇਸ ਵਕਤ ਮਨਾਹੀ ਹੈ। ਤੇ ਜੇ ਤੁਸੀਂ ਬਿਲਕੁਲ ਕੋਈ ਗੱਲ ਕਰਨੀ ਹੈ, ਤੁਸੀਂ ਜੋ ਇਲੈਕਟ੍ਰਿਕ ਦੀਆਂ ਲਾਈਟਾਂ ਹਨ ਜਾਂ ਲੜੀਆਂ ਹਨ ਉਹ ਤੁਸੀਂ ਭੇਟ ਕਰ ਸਕਦੇ ਹੋ, ਜਾਂ ਤੁਸੀਂ ਉਹਦੇ ਥਾਂ 'ਤੇ ਮਾਇਆ ਕਰ ਸਕਦੇ ਹਾਂ। ਆਪਾਂ ਡੈਕੋਰੇਸ਼ਨ ਜੋ ਵੀ ਹੈ ਉਹ ਕਰ ਸਕਦੇ ਹਾਂ, ਲੇਕਿਨ ਦੀਵੇ ਜਾਂ ਮੋਮਬੱਤੀਆਂ ਲਿਆਉਣੀਆਂ ਇਸ ਵਕਤ ਅਸੰਭਵ ਹਨ। ਇਸ ਕਰਕੇ ਨਾ ਲਿਆਂਦੀਆਂ ਜਾਣ ਪਲੀਜ਼।
ਬਿਲਕੁਲ ਜੀ, ਜਿਵੇਂ ਚਾਨਾ ਸਾਹਿਬ ਨੇ ਦੱਸਿਆ ਕਿ ਇਸ ਵੇਲੇ ਫਾਇਰ ਐਂਡ ਸੇਫਟੀ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਵੀ ਘੱਟ ਤੋਂ ਘੱਟ ਇਹੋ ਜਿਹੇ ਅਰੇਂਜਮੈਂਟ ਕੀਤੇ ਜਾਣ। ਪਰ ਅਸੀਂ ਜਿਹੜੇ ਦੀਵਾਲੀ ਦੀਆਂ ਖੁਸ਼ੀਆਂ ਨੇ ਮਨਾਉਣੀਆਂ ਨੇ, ਘਰੋਂ ਘਰੀ ਆਪਾਂ ਦੀਪਮਾਲਾ ਵੀ ਕਰਨੀ ਆ, ਮੋਮਬੱਤੀਆਂ ਵੀ ਜਗਾਉਣੀਆਂ ਨੇ, ਤੇ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਦੀਵੇ ਜਗਾਉਣ ਦਾ ਕੰਮ ਆ, ਮੋਮਬੱਤੀਆਂ ਜਗਾਉਣ ਦਾ ਕੰਮ ਆ, ਉਹ ਪ੍ਰਬੰਧਕ ਕਮੇਟੀ ਨੇ ਆਪ ਸਾਂਭਣਾ। ਤੇ ਦੂਸਰੀ ਚੀਜ਼ ਹੈਗੀ ਜੋ ਲਾਈਟ ਹੈਗੀ ਹੈ ਨਾ, ਇੱਕ ਖੁਸ਼ੀ ਦਾ ਇੱਕ ਪ੍ਰਤੀਕ ਹੈ। ਬਿਲਕੁਲ। ਤੇ ਆਪਾਂ ਹੁਣ ਦੀਵਾਲੀ ਨੂੰ ਆਪਾਂ ਡੈਕੋਰੇਸ਼ਨ ਕਰਦੇ ਹਾਂ, ਬੱਤੀਆਂ ਜਗਾਉਂਦੇ ਹਾਂ, ਤੇ ਲੇਕਿਨ ਗੋਰੇ ਵੀ ਕ੍ਰਿਸਮਸ ਦੇ ਟਾਈਮ ਦੇ ਉੱਤੇ ਜੀਸਸ ਕ੍ਰਾਈਸਟ ਦਾ ਜਨਮ ਦਿਨ ਆ, ਜਦੋਂ ਆਪਾਂ ਕ੍ਰਿਸਮਸ ਮਨਾਉਂਦੇ ਹਾਂ ਜੀ, ਦੀਵੇ ਉਹ ਵੀ ਲਾਈਟਾਂ ਜਗਾਉਂਦੇ ਨੇ। ਉਹ ਦੀਵੇ ਨਹੀਂ ਜਗਾਉਂਦੇ ਹੈ, ਉਹ ਵੀ ਲਾਈਟਾਂ ਦੇ ਨਾਲ ਹੀ ਰੋਸ਼ਨੀ ਕਰਦੇ ਨੇ। ਲਾਈਟਾਂ ਹੀ ਖੁਸ਼ੀ ਦਾ ਪ੍ਰਤੀਕ ਹੈ। ਇਸ ਕਰਕੇ ਆਪਾਂ ਹੁਣ ਉਸ ਵਕਤ ਜਦੋਂ ਦੀਵੇ ਜਗਾਏ ਜਾਂਦੇ ਸਨ ਉਦੋਂ ਇਲੈਕਟ੍ਰਿਸਿਟੀ ਨਹੀਂ ਸੀ। ਸਮਾਂ ਬਦਲ ਚੁੱਕਾ, ਸਮਾਂ ਬਦਲ ਚੁੱਕਾ ਹੈ। ਸਮੇਂ ਦੇ ਨਾਲ ਨਾਲ ਜਿੱਥੇ ਆਪਾਂ ਬਾਕੀ ਆਪਣੀਆਂ ਚੀਜ਼ਾਂ ਨੂੰ ਬਦਲਦੇ ਹਾਂ, ਇਸ ਕਰਕੇ ਆਪਾਂ ਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਉਸ ਕਰਕੇ ਜਦੋਂ ਆਪਾਂ ਹੁਣ ਆਪਾਂ ਘਰਾਂ ਦੇ ਵਿੱਚ ਵੀ ਦੀਵੇ ਜਗਾ ਸਕਦੇ ਹਾਂ, ਬੱਤੀਆਂ ਮੋਮਬੱਤੀਆਂ ਜਗਾ ਸਕਦੇ ਹਾਂ, ਪਰ ਉਹਨਾਂ ਨੂੰ ਸੰਭਾਲਣਾ ਵੀ ਆਪਾਂ ਹੀ ਹੁੰਦਾ। ਤੇ ਇੱਥੇ ਹੁਣ ਜੇ 7 ਬੰਦੇ ਕਮੇਟੀ ਦੇ ਹੋਣਗੇ, ਉਹਨਾਂ ਵਾਸਤੇ ਹਜ਼ਾਰਾਂ ਬੰਦਿਆਂ ਦੀਆਂ ਮੋਮਬੱਤੀਆਂ ਤੇ ਦੀਵੇ ਇਕੱਠੇ ਕਰਨੇ ਬੜੇ ਮੁਸ਼ਕਲ ਹੋ ਜਾਂਦੇ ਹਨ। ਇਸ ਕਰਕੇ ਹੁਣ ਹਰਿਮੰਦਰ ਸਾਹਿਬ ਵੀ ਜਗਦੀਆਂ ਮੋਮਬੱਤੀਆਂ, ਦੀਵੇ ਵੀ ਜਗਦੇ ਨੇ, ਪਰ ਮੈਨੂੰ ਪਤਾ ਕਿ ਉੱਥੇ ਸੰਗਤਾਂ ਇੰਨੀਆਂ ਉਤਸ਼ਾਹਿਤ ਹੁੰਦੀਆਂ ਹਨ। ਰਾਤ ਨੂੰ ਉੱਥੇ ਜਿੰਨੀਆਂ ਬੱਤੀਆਂ ਜਗਦੀਆਂ ਹਨ, ਸਵੇਰੇ ਮੈਂ ਆਪ ਪਰਸਨਲੀ ਦੇਖ ਕੇ ਆਇਆ, ਤੇ ਸਵੇਰੇ ਉੱਥੇ ਨੌ ਨਿਸ਼ਾਨ ਨਹੀਂ ਹੁੰਦਾ ਕਿਸੇ ਚੀਜ਼ ਦਾ, ਨਾ ਮੋਮ ਦਾ, ਨਾ ਤੇਲ ਦਾ, ਨਾ ਦੀਵਿਆਂ ਦਾ। ਉਹ ਇੱਕਦਮ ਸਮੇਟਿਆ ਜਾਂਦਾ। ਉੱਥੇ ਸੇਵਾ ਉਹ ਸੰਗਤ ਆਪ ਕਰਦੀ ਹੈ ਜੀ। ਉੱਥੇ ਇੱਕ ਵੀ ਮਾੜਾ ਜਿਹਾ ਵੀ ਕੋਈ ਕਿਣਕਾ ਵੀ ਨਹੀਂ ਹੁੰਦਾ ਮੋਮਬੱਤੀ ਦਾ ਜਾਂ ਦੀਵਿਆਂ ਦਾ, ਤੇ ਇੰਨੀ ਸਫਾਈ ਦਾ ਧਿਆਨ ਰੱਖਿਆ ਜਾਂਦਾ। ਤੇ ਇੱਥੇ ਆਪਾਂ ਚਲੇ ਜਾਂਦੇ ਹਾਂ, ਤੇ ਨਾਲੇ ਆਪਾਂ ਦਿਨ ਨੇ ਐਤਕੀ ਅੱਗੇ ਆਪਾਂ ਦੀਵਾਲੀ ਜੇ ਤਕਰੀਬਨ 10 ਵਜੇ ਤੱਕ ਮਨਾਈ ਦੀ ਹੈ, ਤੇ ਐਤਕੀ ਆਪਾਂ 8 ਵਜੇ ਤੱਕ ਸਮਾਪਤੀ ਹੈ। ਬੇਨਤੀ ਹੈ ਕਿ ਆਪਾਂ ਟਾਈਮ ਸਿਰ ਆ ਕੇ ਹਾਜ਼ਰੀ ਭਰੀਏ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਏ। ਸਾਰਿਆਂ ਨੂੰ ਬੇਨਤੀ ਹੈ ਕਿ ਸਹਿਯੋਗ ਦਿਓ। ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਹਨ, ਆਪਾਂ ਸਾਰਿਆਂ ਨੇ ਗੁਰੂ ਮਹਾਰਾਜ ਦੀ ਬਖਸ਼ਿਸ਼ ਲੈਣੀ ਹੈ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਆ ਕੇ ਸਮੇਂ ਸਿਰ ਗੁਰੂ ਮਹਾਰਾਜ ਦੇ ਨਮਸਕਾਰ ਕਰਕੇ ਆਪਾਂ ਮਹਾਰਾਜ ਦੀਆਂ ਖੁਸ਼ੀਆਂ ਲਈਏ, ਬੰਦੀ ਛੋੜ ਦਿਵਸ ਮਨਾਈਏ। ਇਹ ਖੁਸ਼ੀ ਦਾ ਇੱਕ ਇਜ਼ਹਾਰ ਹੈ, ਆਪਾਂ ਰਲ ਮਿਲ ਕੇ ਮਨਾਉਣਾ ਹੈ। ਬਿਲਕੁਲ ਜੀ। ਉਸ ਦਿਨ ਸਾਰਾ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਸੁਬਾਹ ਤੋਂ ਲੈ ਕੇ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਜਾਣਗੇ, ਫਿਰ ਕੀਰਤਨ ਦਰਬਾਰ ਸਜਿਆ ਰਹੇਗਾ, ਲਗਾਤਾਰ ਕਥਾ ਕੀਰਤਨ ਲਗਾਤਾਰ ਚੱਲਦਾ ਰਹੇਗਾ, ਗੁਰ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ, ਔਰ ਕੋਸ਼ਿਸ਼ ਕਰਨੀ ਵੀ ਸਾਰਾ ਦਿਨ ਅਸੀਂ ਰਵਾਨਗੀ ਜਿਹੜੀ ਹੈ ਬਣਾਈ ਰੱਖੀਏ, ਤਾਂ ਕਿ ਇੱਕੋ ਵਾਰੀ ਇੱਕੋ ਸਮੇਂ 'ਤੇ ਜ਼ਿਆਦਾ ਇਕੱਠ ਨਾ ਹੋਵੇ, ਤੇ ਜਿਹੜੀਆਂ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਨੇ ਉਹਨਾਂ ਦੀ ਵੀ ਪਾਲਣਾ ਸਹੀ ਤਰੀਕੇ ਨਾਲ ਕੀਤੀ ਜਾ ਸਕੇ। ਇੱਕ ਹੋਰ ਚੀਜ਼ ਹੈ ਵੀ ਆਪਣੇ ਪਾਸ ਸਪੈਸ਼ਲੀ ਜੋ ਆ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਜੀ ਸਪੈਸ਼ਲੀ ਪਹੁੰਚੇ ਹੋਏ ਹਨ। ਉਹ ਵੀ ਸਾਰਾ ਦਿਨ ਦੇ ਵਿੱਚ ਹਾਜ਼ਰੀਆਂ ਭਰਨਗੇ। ਟਾਈਮ ਜੋ ਹੈ ਸੰਗਤਾਂ ਨੂੰ ਦੱਸਿਆ ਜਾਏਗਾ, ਪਰ ਅਜੇ ਕੋਈ ਬਣਾਇਆ ਨਹੀਂ ਗਿਆ ਪਲਾਨ। ਜਦੋਂ ਦੱਸਾਂਗੇ ਤੇ ਆਪ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਹੈ, ਤੇ ਉਹਨਾਂ ਤੋਂ ਕੀਰਤਨ ਸ਼ਰਵਣ ਕਰਨਾ ਹੈ। ਮੇਰਾ ਭਾਵ ਹੈ ਜੋ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੇ ਭਰਾਤਾ ਜੀ ਹਨ, ਉਹ ਵੀ ਆਪਣੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਹੋਏ ਹਨ। ਬਿਲਕੁਲ ਜੀ। ਸੰਗਤਾਂ ਨੂੰ ਇੱਕ ਵਾਰੀ ਫਿਰ ਬੇਨਤੀ ਆ ਕਿ ਇਸ ਵਾਰੀ ਜਿਹੜਾ ਦਿਨ ਦਿਹਾੜਾ ਇੱਕ ਅਲੱਗ ਤਰੀਕੇ ਨਾਲ ਮਨਾਉਣਾ ਵਾ, ਸੋ ਤੁਸੀਂ ਗੁਰਦੁਆਰਾ ਸਾਹਿਬ ਪਹੁੰਚੋ, ਉੱਥੇ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਦਿਨ ਅਸੀਂ ਇੱਕ ਦੂਜੇ ਨਾਲ ਪਿਆਰ ਵੀ ਵਧਾਉਣਾ ਵਾ, ਸਾਂਝ ਵੀ ਵਧਾਉਣੀ ਆ, ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਆਲੇ ਦੁਆਲੇ ਦੀ ਸਫਾਈ ਵੀ ਰੱਖਣੀ ਆ, ਅਸੀਂ ਗੁਰੂ ਘਰ ਦੀ ਵੀ ਸਫਾਈ ਰੱਖਣੀ ਆ, ਤੇ ਇੱਕ ਦੂਜੇ ਨਾਲ ਸਾਂਝ ਵਧਾਈਏ। ਪਾਰਕਿੰਗ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਜੀ। ਪਾਰਕਿੰਗ ਲਾਟ ਦੇ ਵਿੱਚ ਗੱਡੀਆਂ ਗਲਤ ਨਾ ਖੜੀਆਂ ਕਰਨ, ਕਿਉਂਕਿ ਉੱਥੇ ਗੱਡੀ ਕੱਢਣੀ ਔਖੀ ਹੋ ਜਾਂਦੀ ਹੈ, ਜਾਣਾ ਹੁੰਦਾ ਹੈ। ਇਸ ਕਰਕੇ ਜੋ ਪਾਰਕਿੰਗ ਹੈ ਉਹਦੇ ਵਿੱਚ ਵੀ ਸੇਵਾਦਾਰ ਹੋਣਗੇ, ਲੇਕਿਨ ਆਪ ਵੀ ਤੁਸੀਂ ਧਿਆਨ ਰੱਖਣਾ ਹੈ ਤੇ ਰਾਹ ਦੇ ਵਿੱਚ ਗੱਡੀ ਖੜੀ ਨਹੀਂ ਕਰਨੀ, ਕਿਸੇ ਦਾ ਟਿੱਕਾ ਨਹੀਂ ਬਣਨਾ ਹੈ। ਚਾਨਾ ਸਾਹਿਬ, ਆਪ ਜੀ ਨੂੰ ਵੀ ਬੰਦੀ ਛੋੜ ਦਿਵਸ ਦੀਆਂ, ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਜਾਂਦਿਆਂ ਸੰਗਤਾਂ ਨੂੰ ਕੋਈ ਹੋਰ ਸੁਨੇਹਾ ਲਾਉਣਾ ਹੋ ਤੁਸੀਂ ਲਾ ਸਕਦੇ। ਉਹ ਚੀਜ਼ ਇਹ ਹੈ ਕਿ ਇੱਕ ਸੁਨੇਹਾ ਸੀਗਾ, ਹਨੇਰਾ ਜੋ ਹੈ ਨਾ, ਉਹਨੇ ਪ੍ਰਮਾਤਮਾ ਦੇ ਕੋਲ ਸ਼ਿਕਾਇਤ ਕੀਤੀ, ਕਹਿੰਦਾ ਜੀ ਮੈਨੂੰ ਜਿਹੜਾ ਸੂਰਜ ਹੈ ਨਾ, ਇਹ ਟਿਕਣ ਨਹੀਂ ਦਿੰਦਾ, ਚੁੱਭਦਾ ਮੈਨੂੰ ਕਦੇ ਜਾਣੀ ਵੀ ਮੈਨੂੰ ਰਹਿਣ ਨਹੀਂ ਦਿੰਦਾ। ਤੇ ਉਹਨਾਂ ਨੇ ਸੂਰਜ ਨੂੰ ਬੁਲਾਇਆ, ਤੇ ਸੂਰਜ ਨੂੰ ਪੁੱਛਿਆ, ਉਹ ਕਹਿੰਦਾ ਮੈਂ ਤਾਂ ਕਦੇ ਹਨੇਰਾ ਦੇਖਿਆ ਹੀ ਨਹੀਂ ਹੈ, ਮੈਨੂੰ ਕੀ ਪਤਾ। ਇਸ ਕਰਕੇ ਹਨੇਰਾ ਦਿਸਦਾ ਘੱਟ ਹੈ, ਤੇ ਆਪਾਂ ਉਸ ਨੂੰ ਜਾਣੀ ਇਹ ਰੱਖੀਏ ਵੀ ਹਨੇਰੇ ਤੋਂ ਆਪਾਂ ਦੂਰ ਰਹੀਏ। ਆਪਣਾ ਮਨ ਦਾ ਜੋ ਚਾਨਣ ਹੈ, ਉਪਦੇਸ਼ ਹੈ, ਉਹਨੂੰ ਲੈ ਕੇ ਆਪਾਂ ਦੀਵਾ ਆਪਣਾ ਜਗਾਈਏ। ਇਸੇ ਕਰਕੇ ਦੀਵਾਲੀ ਮਨਾਉਣੀ ਚੰਗੀ ਹੈ ਕਿ ਆਪਾਂ ਕੋਈ ਚੰਗੀ ਚੀਜ਼ ਗ੍ਰਹਿਣ ਕਰੀਏ, ਚੰਗਾ ਉਪਦੇਸ਼ ਲਈਏ, ਚੰਗਾ ਉਪਦੇਸ਼ ਲੈ ਕੇ ਆਪਾਂ ਆਪਣਾ ਇਹ ਦੀਵਾਲੀ ਦਾ ਬੰਦੀ ਛੋੜ ਦਿਵਸ ਦਾ ਜੋ ਹੈ ਤਿਉਹਾਰ ਮਨਾਈਏ। ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ
ਬੰਦੀ ਦਿਵਸ ਦੀਆਂ, ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਭੁੱਲਾਂ ਚੁੱਕਾਂ ਦੀ ਖਿਮਾ। ਸਰਨਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਕੱਢਿਆ ਤੇ ਸਾਡੇ ਦਰਸ਼ਕਾਂ ਦੇ ਨਾਲ ਇਤਿਹਾਸਿਕ ਪਿਛੋਕੜ ਵੀ ਸਾਂਝ ਪਾਈ ਅਤੇ ਨਾਲ ਦੇ ਨਾਲ ਗੁਰੂ ਘਰ ਵੱਲੋਂ ਜੋ ਇਸ ਵੇਲੇ ਦਿਸ਼ਾ ਨਿਰਦੇਸ਼ ਨੇ ਉਹਨਾਂ ਬਾਰੇ ਵੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਜੀ ਸਰਦਾਰ ਬਲਵੀਰ ਸਿੰਘ ਚਾਨਾ ਜੀ। ਇੱਕ ਵਾਰ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੀ ਸਾਰੀ ਟੀਮ ਵੱਲੋਂ ਆਪ ਜੀ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ। ਆਸ ਕਰਦੇ ਹਾਂ ਕਿ ਇਹ ਤਿਉਹਾਰ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ, ਆਪ ਜੀ ਦੀ ਜ਼ਿੰਦਗੀ ਦੇ ਵਿੱਚ ਹਨੇਰੇ ਨੂੰ ਦੂਰ ਕਰੇ ਤੇ ਰੌਸ਼ਨੀਆਂ ਲੈ ਕੇ ਆਵੇ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫੇਰੂਮਾਨ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਧੰਨਵਾਦ।